ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਮ ਸੰਵਾਦ ਸੁਨਿਓ ਜਬ ਕਾਨ, ਰਾਮਦਾਸ ਜੀ ਕੀਨ ਬਖਾਨ। ਅਧਿਕ ਪ੍ਰੇਮ ਲੋਚਨ ਜਲ ਛਾਵਾ, ਗੁਰ ਚਰਿਤ੍ਰ ਹੇਰਤ ਬਿਸਮਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ, ਸਰਬ ਸੁੱਖਾਂ ਦੇ ਦਾਤੇ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਰਾਤਰੀ ਦੇ ਦੀਵਾਨ ਵਿੱਚ ਜੁੜ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਸਤਿਗੁਰੂ ਜੀ ਦੇ ਇਹ ਪਾਵਨ ਬਚਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਟ ਹੈ ਜਮ ਕੀ ਫੰਦਾ, ਆਪ ਜੀ ਪਿਆਰ ਨਾਲ ਸਰਵਣ ਕਰੇ ਸੀ। ਦੁਨੀਆ 'ਚ ਅਜਿਹਾ ਕੋਈ ਵੈਦ ਡਾਕਟਰ ਨਹੀਂ ਹੈ ਜਿਹੜਾ ਮਨੁੱਖ ਨੂੰ ਜਮਾਂ ਦੀ ਮਾਰ ਤੋਂ ਬਚਾ ਸਕੇ। ਸਗੋਂ ਡਾਕਟਰ ਜਾਂ ਵੈਦ ਆਪ ਜਮਾਂ ਦੀ ਮਾਰ ਦੇ ਅਧੀਨ ਹੁੰਦੇ ਨੇ। ਕੋਈ ਅਜਿਹਾ ਵੈਦ ਡਾਕਟਰ ਨਹੀਂ ਹੈ ਜਿਹੜਾ ਮਨੁੱਖ ਨੂੰ ਮੌਤ ਤੋਂ ਰਹਿਤ ਜ਼ਿੰਦਗੀ ਪ੍ਰਦਾਨ ਕਰ ਸਕੇ, ਮੌਤ ਦੇ ਡਰ ਤੋਂ ਮੁਕਤ ਕਰ ਸਕੇ। ਅਜਿਹਾ ਵੈਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਮਨੁੱਖ ਨੂੰ ਅਜਿਹੀ ਨਾਮ ਅੰਮ੍ਰਿਤ ਦੀ ਔਖਦ ਬਖਸ਼ਿਸ਼ ਕਰਦੇ ਨੇ, ਜੋ ਸਰਵ ਰੋਗ ਕਾ ਔਖਦ ਨਾਮ, ਜੋ ਸਾਰੇ ਰੋਗਾਂ ਦਾ ਦਾਰੂ ਹੈ। ਇਹ ਗੱਲ ਵੱਖਰੀ ਹੈ ਕਿ ਸਾਨੂੰ ਸੰਸਾਰੀ ਜੀਵਾਂ ਨੂੰ ਨਾਮ ਦੀ ਮਹਾਨਤਾ ਦਾ ਗਿਆਨ ਨਾ ਹੋਵੇ, ਪਤਾ ਨਾ ਹੋਵੇ, ਪਰ ਇਹ ਗੱਲ ਯਕੀਨਨ ਸੱਚ ਹੈ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਹੀ ਹੈ ਕਿ ਸਾਰੇ ਰੋਗਾਂ ਦਾ ਇਲਾਜ ਸਿਰਫ ਪਰਮਾਤਮਾ ਦਾ ਨਾਮ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਮਨੁੱਖ ਦੇ ਰੋਗਾਂ ਦਾ ਮੁੱਖ ਕਾਰਨ ਹੀ ਪਰਮਾਤਮਾ ਨਾਲ ਟੁੱਟ ਜਾਣਾ। ਜਦੋਂ ਅਸੀਂ ਪਰਮਾਤਮਾ ਨਾਲ ਟੁੱਟਦੇ ਹਾਂ, ਹੰਕਾਰੀ ਹੋ ਜਾਂਦੇ ਹਾਂ, ਵਿਕਾਰੀ ਹੋ ਜਾਂਦੇ ਹਾਂ, ਕੇਵਲ ਰਸਾਂ ਕਸਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਾਂ। ਜਦੋਂ ਅਸੀਂ ਰੱਬੀ ਨਿਜ਼ਮ ਤੋਂ ਲਾਂਭੇ ਜਾਵਾਂਗੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਉਦੋਂ ਸਾਡੀ ਜ਼ਿੰਦਗੀ 'ਚ ਮਾਨਸਿਕ ਅਤੇ ਸਰੀਰਕ ਵਿਆਧੀਆਂ ਉਪਾਧੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਸਤਿਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਸਤਿਗੁਰੂ ਨਾਮ ਨਾਲ ਜੋੜਦੇ ਨੇ। ਨਾਮ ਦਾ ਅਰਥ ਕੋਈ ਕੇਵਲ ਇੱਕ ਮੰਤਰ ਨੂੰ ਰਟਣ ਤੋਂ ਨਹੀਂ ਹੈ। ਨਾਮ ਨਾਲ ਜੁੜਨ ਦਾ ਇਹ ਪਹਿਲਾ ਤਰੀਕਾ ਜ਼ਰੂਰ ਹੋ ਸਕਦਾ ਹੈ, ਲੇਕਿਨ ਨਾਮ ਦਾ ਅਰਥ ਸਰਵ ਵਿਆਪਕ ਪਰਮ ਪਿਤਾ ਪਰਮਾਤਮਾ ਦੀ ਰਜ਼ਾ 'ਚ ਆ ਜਾਣਾ, ਉਹਦੇ ਪਿਆਰ 'ਚ ਆ ਜਾਣਾ। ਉਹਦੇ ਪਿਆਰ ਜਿਉਂ-ਜਿਉਂ ਅਸੀਂ ਜੁੜਦੇ ਹਾਂ, ਕਿਉਂ ਤਾਂ ਮਨੁੱਖ ਮਾਨਸਿਕ ਤੌਰ 'ਤੇ ਵੀ ਸਰੀਰਕ ਤੌਰ 'ਤੇ ਵੀ ਖੇਡ ਵਿੱਚ ਆਉਂਦਾ ਜਾਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਰਾਹੀਂ ਪ੍ਰੇਰਣਾ ਕੀਤੀ ਹੈ ਕਿ ਜ਼ਿੰਦਗੀ 'ਚ ਸਦਾ ਖੁਸ਼ਹਾਲੀ ਜੇ ਹਰਿਆਲੀ ਮੰਨਣੀ ਹੈ, ਫਿਰ ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਪਾਈ। ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਅਸੀਂ ਹਰੇ ਭਰੇ ਹੋ ਸਕਦੇ ਹਾਂ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਸਾਨੂੰ ਅਜਿਹੀ ਜੁਗਤ ਦੱਸਦੇ ਨੇ, ਅਜਿਹੀ ਦਵਾ ਦਿੰਦੇ ਨੇ ਜਿਹਦੇ ਰਾਹੀਂ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਵਾ। ਔਰ ਇਹ ਕੁਝ ਕਰਦਿਆਂ ਫਿਰ ਰੋਗ ਸੋਗ ਸਾ ਮਿਟ ਗਏ, ਨਿਤ ਨਵਾਂ ਨਰੋਵਾ। ਸਤਿਗੁਰੂ ਜੀ ਕਹਿੰਦੇ ਨੇ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਮਨੁੱਖ ਆਪਣੇ ਅੰਦਰਲੇ ਦੂਤਾਂ ਨੂੰ, ਪੰਜਾਂ ਬਲੀਆਂ ਨੂੰ ਕਾਬੂ ਕਰ ਲੈਂਦਾ ਹੈ। ਜਿਸ ਪਰਮਾਤਮਾ ਤੋਂ ਅਸੀਂ ਪੈਦਾ ਹੋਏ ਹਾਂ, ਉਹਦਾ ਹੀ ਰੂਪ ਬਣ ਜਾਂਦੇ, ਉਹਦੇ ਵਿੱਚ ਲਿਵਲੀਨ ਹੋ ਜਾਂਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜਿਹੇ ਵੈਦ ਨੇ। ਉਹਨਾਂ ਨੇ ਸੰਸਾਰ ਦੇ ਰੋਗਾਂ ਨੂੰ, ਦੁੱਖਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਕੀ ਪਵਿੱਤਰ ਬਾਣੀ ਅੰਦਰ ਇੱਕ ਵੈਦ ਦੇ ਨਾਲ ਗੱਲ ਕਰਦਿਆਂ ਵੀ ਬੜੇ ਸੋਹਣੇ ਬਚਨ ਨੇ। ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲੋ ਜਿਤ ਵੰਝੈ ਰੋਗਾਂ ਭਾਣ ਕਾਣ। ਵੈਦ ਬੁਲਾਇਆ ਵੈਦ ਕੀ ਪਕੜ ਢਡੋਲੇ ਬਾਹ, ਭੋਲਾ ਵੈਦ ਨ ਜਾਣੀ ਕਰਖ ਕਰੇ ਜੇ ਮਾਹੀ। ਸਤਿਗੁਰੂ ਜੀ ਇੱਕ ਵੈਦ ਨੂੰ ਦੱਸਦੇ ਨੇ ਕਿ ਸਭ ਤੋਂ ਵੈਦ ਦੀ ਪਹਿਚਾਣ ਇਹ ਹੈ ਕਿ ਪਹਿਲਾਂ ਰੋਗ ਨੂੰ ਲੱਭੇ। ਰੋਗ ਕੀ ਹੈ? ਮਨੁੱਖਤਾ ਨੂੰ ਰੋਗਾਂ ਦਾ ਜੋ ਕਾਰਨ ਸਭ ਤੋਂ ਵੱਡਾ ਰੋਗ ਹੈ, ਉਹ ਹੈ ਪਰਮਾਤਮਾ ਤੋਂ ਬੇਮੁਖ ਹੋ ਜਾਣਾ, ਜ਼ਿੰਦਗੀ ਦੇ ਅਸਲੀ ਕਾਇਦੇ ਕਾਨੂੰਨਾਂ ਤੋਂ ਲਾਂਭੇ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਵੈਦ ਨੇ। ਉਹਨਾਂ ਨੇ ਮਨੁੱਖ ਦੇ ਰੋਗ ਨੂੰ ਪਹਿਚਾਣਿਆ ਵੀ ਹੈ, ਮਨੁੱਖ ਨੂੰ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਰਸਤਾ ਵੀ ਦਰਸਾਇਆ ਹੈ। ਉਹ ਹੈ ਵਾਹਿਗੁਰੂ ਜੀ ਦਾ ਨਾਮ, ਜਿੱਥੇ ਅਸੀਂ ਇਹਨਾਂ ਗੁਰੂ ਕੇ ਪਵਿੱਤਰ ਬਚਨਾਂ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚ ਅਸੀਂ ਕਥਾ ਸਰਵਣ ਕਰ ਰਹੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਹੈ।
ਸਤਿਗੁਰੂ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਬੁਲਾਇਆ ਹੈ, ਸਿੱਖ ਸੰਗਤਾਂ ਨੂੰ ਬੁਲਾਇਆ ਹੈ, ਹਦਾਇਤ ਕੀਤੀ ਹੈ ਕਿ ਸਾਰੇ ਅੱਜ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੱਦੀ ਤੇ ਬੈਠੇ ਨੇ, ਇਹਨਾਂ ਨੂੰ ਨਮਸਕਾਰ ਕਰੋ। ਬਾਬਾ ਮੋਹਨ ਜੀ ਅੜ ਗਏ, ਉਹਨਾਂ ਨਮਸਕਾਰ ਨਹੀਂ ਕੀਤੀ। ਬਾਬਾ ਮੋਹਰੀ ਜੀ ਮੋਹਰੀ ਬਣ ਗਏ, ਉਹਨਾਂ ਗੁਰੂ ਕਾ ਥਾਪੜਾ ਲੈ ਲਿਆ, ਸਿੱਖੀ ਦੀ ਦਾਤ ਪ੍ਰਾਪਤ ਕਰ ਲਈ। ਉਹਨਾਂ ਤੋਂ ਬਾਅਦ ਹੋਰ ਸਿੱਖ ਸੰਗਤਾਂ ਜਿਵੇਂ ਆਉਂਦੀਆਂ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨੇ ਬੜੀ ਅਤ ਨਿਮਰਤਾ ਦੇ ਨਾਲ ਇਹ ਗੱਲ ਕਹੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਆਪਣੇ ਪੁੱਤਰਾਂ ਨੂੰ ਦੇ ਦਿਓ, ਮੈਨੂੰ ਤੁਸੀਂ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਜੋ ਬਚਨ ਕਹੇ ਇਹ ਵਾਰਤਾ ਆਪਾਂ ਸਰਵਣ ਕਰਾਂਗੇ। ਆਓ ਗੁਰੂ ਪਿਆਰ 'ਚ ਜੁੜਦੇ ਹਾਂ, ਗੁਰੂ ਕੀ ਅਗਲੀ ਗਾਥਾ ਸਰਵਣ ਕਰਨ ਦੇ ਲਈ ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਸੰਵਾਦ ਸੁਨਿਓ ਜਬ ਕਾਨ, ਰਾਮਦਾਸ ਜੀ ਕੀਨ ਬਖਾਨ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਬਾਬਾ ਮੋਹਰੀ ਜੀ ਦਾ ਤੇ ਗੁਰੂ ਅਮਰਦਾਸ ਜੀ ਦਾ ਸੰਵਾਦ ਸੁਣਿਆ, ਸੰਵਾਦ ਕੀ ਸੀ? ਬਾਬਾ ਮੋਹਰੀ ਜੀ ਕਹਿ ਰਹੇ ਨੇ ਕਿ ਸਤਿਗੁਰੂ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਤੁਹਾਡੀਆਂ ਨਜ਼ਰਾਂ 'ਚ ਰਾਮਦਾਸ ਜੀ ਕਿਵੇਂ ਨੇ, ਤੇ ਉਹਨਾਂ ਕਿਹਾ ਜਿਵੇਂ ਗੁਰੂ ਨਾਨਕ ਸਾਹਿਬ ਜੀ, ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ, ਔਰ ਜਿਵੇਂ ਆਪ ਜੀ ਉਹ ਬੈਠੇ, ਤਿਵੇਂ ਮੈਨੂੰ ਆਪ ਜੀ ਦਾ ਇਹ ਰੂਪ ਗੁਰੂ ਨਾਨਕ ਦਾ ਰੂਪ ਨਜ਼ਰ ਆਉਂਦੇ ਨੇ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਤੇ ਬਾਬਾ ਮੋਹਰੀ ਜੀ ਨੇ ਕਿਹਾ ਮੈਨੂੰ ਸਿੱਖੀ ਦੀ ਦਾਤ ਤੁਸੀਂ ਬਖਸ਼ਿਸ਼ ਕਰੋ। ਔਰ ਇਹ ਸਾਰਾ ਸੰਵਾਦ ਜਦੋਂ ਸਤਿਗੁਰੂ ਜੀ ਨੇ ਕਿਹਾ ਮੋਹਰੀ ਜੀ ਨੂੰ ਕਿ ਤੁਸੀਂ ਆਪਣੀਆਂ 21 ਨਹੀਂ ਕਈ ਕੁਲਾਂ ਦਾ ਉਧਾਰ ਕਰ ਲਿਆ, ਤੁਹਾਡੇ ਘਰ ਵਿੱਚ ਸਿੱਖੀ ਰਹੇਗੀ, ਪ੍ਰਫੁੱਲਤ ਰਹੇਗੀ। ਔਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਣੀਆਂ ਤੇ ਇਸ ਤਰ੍ਹਾਂ ਬਚਨ ਕਹੇ ਹਨ। ਅਧਿਕ ਪ੍ਰੇਮ ਲੋਚਨ ਜਲ ਛਾਵਾ, ਗੁਰ ਚਿਰਤ ਰਹੇ ਰਤ ਬਿਸਮਾਵਾ। ਉਹਨਾਂ ਦੇ ਮਨ 'ਚ ਬਹੁਤ ਭਾਰੀ ਪਿਆਰ ਪੈਦਾ ਹੋ ਗਿਆ ਔਰ ਨੈਣ ਜਿਹੜੇ ਨੇ ਉਹ ਪਿਆਰ ਦੇ ਜਲ ਨਾਲ ਭਰ ਗਏ। ਗੁਰੂ ਕੇ ਇਹ ਚੋਜ ਦੇਖ ਕੇ ਉਹ ਬੜੇ ਆਨੰਦਿਤ ਹੋਏ ਹਨ। ਸ਼੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ, ਆਪ ਮੋਹਰੀ ਕਹੋ ਗੁਰ ਕੀਜੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮੇਰੀ ਬੇਨਤੀ ਹੈ ਮੈਨੂੰ ਤੁਸੀਂ ਸਿੱਖੀ ਦੀ ਦਾਤ ਦੇ ਦਿਓ ਤੇ ਇਹ ਗੁਰਤਾ ਗੱਦੀ ਮੋਹਰੀ ਜੀ ਨੂੰ ਦੇ ਦਿਓ। ਇਹ ਅਧਿਕਾਰੀ ਨੇ, ਤੁਹਾਡੇ ਪੁੱਤਰ ਨੇ, ਇਹ ਸਿੱਖੀ ਦੀ ਦਾਤ ਮੈਨੂੰ ਬਖਸ਼ ਦਿਓ ਜੀ। ਮੈਂ ਹੋਂ ਦਾਸ ਆਪ ਕੋ ਜੈਸੇ, ਨਿਜ ਮਨ ਤੇ ਜਾਨ ਤੇਨ ਤੈਸੇ। ਮੈਂ ਤੁਹਾਡਾ ਦਾਸ ਹਾਂ ਤੇ ਮੈਂ ਆਪ ਜੀ ਅੱਗੇ ਪ੍ਰਣ ਕਰਦਾ ਹਾਂ ਕਿ ਮੈਂ ਇਹਨਾਂ ਨੂੰ ਵੀ ਤੁਹਾਡੇ ਵਾਂਗੂ ਜਾਣਾਂਗਾ, ਇਹਨਾਂ ਦਾ ਦਾਸ ਬਣ ਕੇ ਰਵਾਂਗਾ, ਮੈਨੂੰ ਸਿੱਖੀ ਦੀ ਦਾਤ ਦੇ ਦਿਓ ਜੀ। ਗੁਰਤਾ ਉਚਿਤ ਜੁਗਮ ਤੁਮ ਨੰਦਨ, ਮੋਕੋ ਉਚਿਤ ਇਨੋ ਪਗ ਬੰਧਨ। ਮੇਰੀ ਬੇਨਤੀ ਹੈ ਕਿ ਤੁਹਾਡੇ ਪੁੱਤਰ ਜਿਹੜੇ ਨੇ ਉਹ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਨੇ, ਮੈਂ ਤੇ ਇਹਨਾਂ ਦੀ ਸੇਵਾ ਦੇ ਲਾਇਕ ਹੀ ਹਾਂ, ਮੈਂ ਇਹਨਾਂ ਨੂੰ ਬੰਦਨਾ ਕਰਨ ਦੇ ਯੋਗ ਹਾਂ ਜੀ। ਸ਼੍ਰੀ ਗੁਰ ਸੁਨਤ ਪ੍ਰਸੰਗ ਚਿਤਾਰਾ, ਹਮਨੇ ਹੈ ਦੋਨੋਂ ਇਹ ਤੁਮਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਸ ਤਰ੍ਹਾਂ ਕਿਹਾ ਕਿ ਭਈ ਨਹੀਂ, ਅਸੀਂ ਇਹ ਤੁਹਾਡੀ ਦਾਤ ਦੇਣੀ ਹੈ, ਇਹ ਦਾਤ ਤੁਹਾਨੂੰ ਪ੍ਰਾਪਤ ਹੋ ਗਈ ਹੈ। ਪੂਰਬ ਕਯੋ ਹੁਤੋ ਬਰਦਾਨਾ, ਤਿਸ ਕੋ ਦੇਨ ਸਮੋ ਅਬ ਜਾਨਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਇਹ ਜਿਹਦੀ ਦਾਤ ਹੁੰਦੀ ਹੈ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਜਿੱਥੇ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਉੱਥੇ ਇਹ ਦਿੱਤਾ ਲਈ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ, ਔਰ ਜਿਸकी ਘਰ ਹੀ ਜਿਸकी ਵਸਤ ਸੇ ਕਰ ਆਵੇ। ਜੋ ਦਾਤ ਧੁਰੋਂ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਹੋਣੀ ਹੈ, ਗੁਰੂ ਅਮਰਦਾਸ ਜੀ ਕਹਿੰਦੇ ਇਹ ਦਾਤ ਤੁਹਾਨੂੰ ਹੀ ਮਿਲਣੀ ਹੈ, ਇਹ ਤੁਹਾਨੂੰ ਹੀ ਬਖਸ਼ਿਸ਼ ਹੋਣੀ ਹੈ। ਅਤ ਗਰੀਬ ਏ ਸੰਤਤ ਮੇਰੀ, ਨਿਰਹੰਕਾਰ ਨਾ ਹੋਏ ਕਿਸ ਬੈਰੀ। ਪਰ ਮੈਂ ਇੱਕ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮੇਰੀ ਸੰਤਾਨ ਜਿਹੜੀ ਹੈ ਨਾ ਅਤ ਗਰੀਬ। ਦੇਖੋ ਗੁਰੂ ਅਮਰਦਾਸ ਜੀ ਦੇ ਕਿੰਨੇ ਪਿਆਰੇ ਵਚਨ ਨੇ, ਇਹ ਅਤ ਗਰੀਬ ਹੈ। ਨਿਰਹੰਕਾਰ ਨਾ ਹੋਏ ਕਿਸ ਬੇਰੀ, ਇਹ ਹੰਕਾਰ ਤੋਂ ਰਹਿਤ ਨਹੀਂ ਹੋ ਸਕੇ। ਇਹਨਾਂ ਦੇ ਮਨ ਚ ਗੁਰੂ ਪੁੱਤਰ ਹੋਣ ਦਾ ਹੰਕਾਰ ਹੈ, ਇਹ ਖਿਆਲ ਹੈ। ਕੀ ਜੈਨ ਕੀ ਨਿਤ ਪ੍ਰਤਪਾਲਾ, ਮਿਲੇ ਰਹੋ ਕਰ ਪ੍ਰੀਤ ਵਸਾਲਾ। ਇਸ ਕਰਕੇ ਇਹਨਾਂ ਦੀ ਨਿਤ ਪ੍ਰਤਪਾਲਣਾ ਕਰਨਾ, ਇਹਨਾਂ ਦਾ ਧਿਆਨ ਰੱਖਣਾ, ਤੁਸੀਂ ਇਹਨਾਂ ਨੂੰ ਪਿਆਰ ਕਰਨਾ, ਇਹਨਾਂ ਨੂੰ ਨਾਲ ਜੋੜੀ ਰੱਖਣਾ। ਆਨ ਇਕਤਰ ਪਇਓ ਪਰਿਵਾਰ, ਹੇਰੇ ਸਤਿਗੁਰ ਕੇ ਵਿਵਹਾਰ। ਇਸ ਤਰ੍ਹਾਂ ਸਾਰਾ ਪਰਿਵਾਰ ਜਿਹੜਾ ਹੈ ਇਕੱਤਰ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ,
ਔਰ ਗੁਰੂ ਸਾਹਿਬ ਜੀ ਦੇ ਉਸਾਰੇ ਚੋਂ ਦੇਖਣ ਲੱਗ ਪਿਆ। ਗੁਰੂ ਕੀ ਸੰਗਤ ਵੀ ਉੱਥੇ ਇਕੱਤਰ ਹੋ ਗਈ, ਗੁਰਸਿੱਖ ਵੀ ਇਕੱਤਰ ਹੋ ਗਏ। ਬੁੱਢੇ ਸਮਤ ਗੁਰੂ ਹੋਏ ਪੈਸੇ ਭਜਨ ਲੇਰ। ਜਿਵੇਂ ਗੁਰ ਮਰਜ਼ਾਦਾ ਹੈ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਜੋ ਚੱਲ ਰਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋਤੀ ਜੋਤ ਸਮਾਵਣਾ ਸੀ, ਉਦੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਦਿੱਤਾ, ਤੇ ਉਹ ਗੁਰਤਾ ਗੱਦੀ ਦੀ ਜੋ ਮਰਜ਼ਾਦਾ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਸੀ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਜਦ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ, ਉਦੋਂ ਵੀ ਇਹ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਜ਼ੀਰ ਥਾਪੇ ਹੋਏ ਨੇ, ਗਿਣੇ ਹੋਏ ਨੇ। ਗੁਰੂ ਕੇ ਮੁੱਖ ਸਲਾਹਕਾਰ ਸਨ, ਗੁਰੂ ਕੇ ਮਹਾਨ ਸੇਵਕ ਸਨ। ਗੁਰੂ ਨਾਨਕ ਸਾਹਿਬ ਜੀ ਦੀਆਂ, ਗੁਰੂ ਅੰਗਦ ਸਾਹਿਬ ਜੀ ਦੀਆਂ, ਗੁਰੂ ਅਮਰਦਾਸ ਜੀ ਦੀਆਂ, ਉਦੋਂ ਬਾਅਦ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਨੰਤ ਬਖਸ਼ਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਈਆਂ ਸਨ। ਉਹ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਪੰਥ ਵਿੱਚ, ਗੁਰੂ ਕੀ ਸੰਗਤ ਵਿੱਚ ਬਹੁਤ ਮਹਾਨ ਪਵਿੱਤਰ ਸਤਿਕਾਰਤ ਹਸਤੀ ਸਨ। ਸੋ ਉਹ ਬਾਬਾ ਬੁੱਢਾ ਸਾਹਿਬ ਜੀ ਜੋ ਮਰਜ਼ਾਦਾ ਸੀ ਉਸ ਸੰਸਾਰ 5 ਪੈਸੇ ਤੇ ਨਾਰੀਅਲ ਲੈ ਕੇ ਸਤਿਗੁਰੂ ਜੀ ਕੋਲ ਹਾਜ਼ਰ ਹੋ ਗਏ। ਰਾਮਦਾਸ ਕੀ ਭੇਟ ਧਰ ਕਿਰਪਾ ਦ੍ਰਿਸ਼ਟ ਕੋ ਹੈਰ। ਰਾਮਦਾਸ ਜੀ ਅੱਗੇ ਭੇਟਾ ਰੱਖ ਦਿੱਤੀ ਹੈ ਤੇ ਇਸ ਤਰ੍ਹਾਂ ਕਿਰਪਾ ਦ੍ਰਿਸ਼ਟ ਕੋ ਹੈਰ, ਕਿਰਪਾ ਦ੍ਰਿਸ਼ਟ ਕੀਤੀ ਗੁਰੂ ਅਮਰਦਾਸ ਜੀ ਨੇ। ਕਰੀ ਪ੍ਰਦਰਸ਼ਨ ਫਿਰ ਚੌ ਰੇ ਬੰਧਨ ਕਰਦ ਬਏ ਕਰ ਜੋਰੇ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਰਮਾਂ ਕੀਤੀਆਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ। ਗੁਰੂ ਅਮਰਦਾਸ ਜੀ ਦਾ ਹੁਕਮ ਗਿਆ ਸੀ ਨਾ ਕਿ ਸਤਿਗੁਰੂ ਜੀ ਨੇ ਸਾਰਿਆਂ ਨੂੰ ਰਾਮਦਾਸੇ ਪੈਰੀ ਪਾਏ ਜੀਓ। ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਜੀ ਨੇ ਪ੍ਰਕਰਮਾਂ ਕੀਤੀਆਂ, ਬੰਧਨ ਕੀਤੀ, ਹੱਥ ਜੋੜ ਕੇ ਖੜੇ ਹੋ ਗਏ। ਤਬੈ ਮੋਹਰੀ ਸੰਗਤ ਹੋਏ ਕੈ ਨਮੋ ਮੋਹਰੀ ਕੀਏ ਸਿਰ ਨੇ ਕੈ। ਫਿਰ ਬਾਬਾ ਮੋਰੀ ਜੀ ਨੇ ਵੀ ਇੱਕ ਵਾਰਾਂ ਫਿਰ ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਨਮਸਕਾਰ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ। ਹੁਣ ਸਭ ਸਿੱਖਨ ਕੀਨਸ ਬੰਧਨ ਜਾਨ ਗੁਰੂ ਗਨ ਪਾਪ ਨਿਕੰਦਨ। ਫਿਰ ਗੁਰਸਿੱਖਾਂ ਨੇ ਵੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰੂ ਜਾਣ ਕੇ, ਪਾਪ ਨਿਕੰਦਨ ਦਾ ਅਰਥ ਹੈ ਜੋ ਪਾਪਾਂ ਤੋਂ ਮੁਕਤ ਕਰਨ ਦੇ ਸਮਰੱਥ ਹੋਏ। ਦੇਖੋ ਅਸੀਂ ਇਹ ਤੇ ਦੇਖਦੇ ਹਾਂ ਮਨੁੱਖ ਭੁੱਲਣਹਾਰ ਹੈ, ਗਲਤੀਆਂ ਕਰਦਾ ਹੈ। ਜ਼ਿਆਦਾਤਰ ਤਪਸਵੀਆਂ ਦਾ, ਵੱਡੇ ਰਿਸ਼ੀਆਂ ਮੁਨੀਆਂ ਦਾ, ਜੋਗੀਆਂ ਦਾ, ਹੱਠੀਆਂ ਦਾ ਇਤਿਹਾਸ ਪੜ੍ਹੋ। ਜੇ ਮਨੁੱਖ ਨੇ ਗਲਤੀ ਕਰਤੀ ਤੇ ਕਹਿਣਾ ਜੀ ਤੈਨੂੰ ਸਰਾਪ ਦਿੱਤਾ ਜਾਏਗਾ, ਤੈਨੂੰ ਪਾਪ ਲੱਗ ਗਿਆ, ਨਰਕਾਂ ਵਿੱਚ ਸਾੜਿਆ ਜਾਏਗਾ। ਬੜੀ ਤਰ੍ਹਾਂ ਦੀਆਂ ਡਰਾਉਣੀਆਂ ਜੀਆਂ ਕਥਾ ਕਹਾਣੀਆਂ ਧਰਮ ਦੀ ਦੁਨੀਆ 'ਚ ਸੁਣਦੇ ਹਾਂ। ਲੇਕਿਨ ਗੁਰੂ ਦੀ ਹਜ਼ੂਰੀ 'ਚ ਆ ਕੇ ਦੇਖੋ ਕਿੰਨੇ ਸੋਹਣੇ ਬਚਨ ਕਹੇ ਨੇ। ਭਗਤ ਧੰਨਾ ਜੀ ਦੇ ਸ਼ਾਇਦ ਬਚਨ ਨੇ, ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸਰਣ ਕਤ ਜਾਈਐ ਜੋ ਜੰਬਕ ਗਰਾਸੈ। ਜੇ ਸ਼ੇਰ ਦੇ ਕੋਲ ਆ ਕੇ ਵੀ ਗਿੱਦੜਾਂ ਦਾ ਡਰ ਰਹਿਣਾ ਹੈ, ਫਿਰ ਸ਼ੇਰ ਕੋਲ ਆਉਣ ਦਾ ਅਰਥ ਹੀ ਕੀ ਹੈ? ਗੁਰੂ ਕੋਲ ਆ ਕੇ ਵੀ ਜੇ ਸਾਡੇ ਪਾਪ ਕੱਟੇ ਨਾ ਗਏ, ਅਸੀਂ ਔਗੁਣਾਂ ਤੋਂ ਮੁਕਤ ਨਾ ਹੋਏ, ਗੁਰੂ ਕੋਲ ਆ ਕੇ ਵੀ ਸਾਨੂੰ ਕੋਈ ਜਮਾਂ ਦਾ ਡਰ ਦੇਈ ਜਾਏ, ਨਰਕਾਂ ਦਾ ਡਰ ਦੇਈ ਜਾਏ, ਫਿਰ ਗੁਰੂ ਕੋਲ ਆਉਣ ਦਾ ਅਰਥ ਹੀ ਕੀ ਹੈ? ਫਿਰ ਤੇ ਗੁਰੂ ਦੀ ਵਡਿਆਈ ਕੀ ਹੈ? ਇਸ ਕਰਕੇ ਉਹ ਗੁਰੂ ਸਾਹਿਬ ਜੀ ਜਿਹੜੇ ਪਾਪਾਂ ਤੋਂ ਮੁਕਤ ਕਰਨ ਦੇ ਸਮਰੱਥ ਨੇ, ਉਹ ਗੁਰੂ ਸਾਹਿਬ ਜੀ ਜਿਨ੍ਹਾਂ ਦੇ ਨਾਮ ਨੂੰ ਚੇਤੇ ਕਰਦਿਆਂ ਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਜਮਦੂਤ ਵੀ ਡਰਦੇ ਭੱਜ ਜਾਂਦੇ ਨੇ। ਸਾਡੇ ਸਤਿਗੁਰੂ ਜੀ ਦੀ ਇਹ ਵਡਿਆਈ ਹੈ, ਅਵਗੁਣ ਕੱਟੇ ਕਰੇ ਸੁਧ ਦੇਹਾ। ਉਹ ਆਪਣੇ ਦਰ ਤੇ ਆਏ ਹੋਏ ਪ੍ਰਾਣੀ ਦੇ ਅਵਗੁਣਾਂ ਨੂੰ ਕੱਟ ਕੇ ਉਹਨੂੰ ਪਵਿੱਤਰ ਕਰਦਾ। ਕੋਈ ਗੁਰੂ ਦੀ ਸ਼ਰਨ ਚ ਆ ਜਾਏ, ਗੁਰੂ ਨੂੰ ਸਮਰਪਿਤ ਹੋ ਜਾਏ, ਸਤਿਗੁਰੂ ਜੀ ਨੂੰ ਪਵਿੱਤਰ ਕਰਨ ਦੇ ਸਮਰੱਥ ਨੇ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਕਿ ਉਹ ਸਤਿਗੁਰੂ ਜੀ ਜਿਹੜੇ ਪਾਪਾਂ ਨੂੰ ਕੱਟਣ ਵਾਲੇ ਨੇ, ਉਹ ਸਤਿਗੁਰੂ ਜੀ ਨੂੰ ਗੁਰੂ ਜਾਣ ਕੇ ਬੰਦਨਾ ਕੀਤੀ ਗੁਰਸਿੱਖਾਂ ਨੇ। ਨੇਤਰ ਪ੍ਰਫੁੱਲਤ ਜਾਣੇ ਅਰਵਿੰਦਾ ਦਿਬਤ ਬਦਨ ਦੁਤ ਇੰਦ ਮਿਨੰਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਨੇਤਰ ਜਿਹੜੇ, ਹਾਂ ਜਿਵੇਂ ਸੂਰਜ ਨੂੰ ਦੇਖੋ ਨਾ ਤੇ ਕਵਲ ਜਿਹੜਾ ਹੈ ਉਹ ਖਿੜ ਜਾਂਦਾ ਹੈ, ਇਸ ਤਰੀਕੇ ਨਾਲ ਸਤਿਗੁਰੂ ਜੀ ਦੇ ਦੀਦਾਰ ਕਰਕੇ ਗੁਰਸਿੱਖਾਂ ਦੇ ਨੇਤਰ ਜਿਹੜੇ ਨੇ ਉਹ ਖਿੜਦੇ ਨੇ ਔਰ ਉਹਨਾਂ ਦੇ ਮੱਥੇ ਤੇ ਖੇੜਾ ਹੁੰਦਾ ਹੈ ਗੁਰੂ ਕੇ ਦੀਦਾਰ ਕਰਕੇ। ਦਾਸਨ ਦੇਤ ਆਨੰਦ ਬਿਲੰਦਾ ਸੁਦਾ ਗਿਰਾ ਦੁਖ ਦੁੰਦ ਨਿਕੰਦਾ। ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ, ਆਨੰਦ ਦੇਣ ਵਾਲੇ, ਸੁਦਾ ਗਿਰਾ ਦੁਖ ਦਵੰਦ ਨਿਕੰਦਾ। ਸਤਿਗੁਰੂ ਜੀ ਦੀ ਜਿਹੜੀ ਪਵਿੱਤਰ ਬਾਣੀ, ਗਿਰਾ ਦਾ ਅਰਥ ਹੁੰਦਾ ਹੈ ਬਾਣੀ, ਜਿਹੜੀ ਅੰਮ੍ਰਿਤਮਈ ਬਾਣੀ ਹੈ, ਅੰਮ੍ਰਿਤ ਵਰਗੀ ਬਾਣੀ ਜਿਹਦੇ ਚੋਂ ਅੰਮ੍ਰਿਤ ਵਰਦ ਝਰਦਾ ਹੈ।
ਸਤਿਗੁਰੂ ਜੀ ਕਹਿੰਦੇ ਉਹ ਗੁਰੂ ਕੀ ਪਵਿੱਤਰ ਬਾਣੀ ਦੁੱਖ ਦਵੰਦ ਨਿਕੰਦਾ, ਦੁੱਖਾਂ ਨੂੰ ਕਲੇਸ਼ਾਂ ਨੂੰ ਕੱਟਣ ਵਾਲੀ। ਔਰ ਇੱਥੇ ਬਸ ਨਹੀਂ ਹੈ, ਸਤਿਗੁਰੂ ਜੀ ਦੀ ਵਡਿਆਈ ਕਰਦੇ ਬਚਨ ਕਹਿ ਰਹੇ ਹਨ। ਜੈ ਕੈ ਪ੍ਰਗਟ ਵਿਸਾਲ ਪ੍ਰਸੰਗਾ, ਤਨ ਕੋ ਤਜੈ ਸੁਸ਼ੰਦ ਉਮੰਗਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਜਿਹੜੀ ਸੀ ਹਰ ਥਾਂ ਤੇ ਪਸਰ ਗਈ, ਕੀਰਤੀ ਪਸਰ ਗਈ। ਔਰ ਇਧਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਵੀ ਇੱਕ ਖਿਆਲ ਲੋਕਾਂ 'ਚ ਪਸਰ ਗਿਆ। ਜਦੋਂ ਗੁਰਗੱਦੀ ਦੀ ਦਾਤ ਦੇ ਦਿੱਤੀ ਨਾ, ਤੇ ਲੋਕਾਂ 'ਚ ਚਰਚਾ ਚੱਲ ਗਈ ਕਿ ਤਨ ਕੋ ਤਜੈ ਸੁਸ਼ੰਦ ਉਮੰਗਾ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੱਗਦਾ ਹੈ ਕਿ ਆਪਣੇ ਇਸ ਤਨ ਨੂੰ, ਸਰੀਰ ਨੂੰ ਤਿਆਗਣ ਦੀ ਇੱਛਾ ਰੱਖਦੇ ਹਨ। ਸੁਨ ਸੁਨ ਨਿਕਟ ਗ੍ਰਾਮ ਨਰ ਜੇਈ, ਹੇਤ ਦਰਸ ਬੇ ਪਹੁੰਚੇ ਤੇਈ। ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ 'ਚ ਇਹ ਖਬਰ ਪਹੁੰਚ ਗਈ ਝੱਟ, ਇੱਕ ਕੋਲੋਂ ਦੂਜੇ ਕੋਲੋਂ ਕਰਦੇ ਕਰਦੇ ਜਦੋਂ ਸੰਗਤਾਂ 'ਚ ਇਹ ਗੱਲ ਪਸਰ ਗਈ ਕਿ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਿੱਤੀ ਹੈ, ਸੰਗਤਾਂ ਸਮਝ ਗਈਆਂ ਕਿ ਸਤਿਗੁਰੂ ਜੀ ਆਪ ਜੋਤੀ ਜੋਤ ਸਮਾ ਜਾਣਗੇ। ਇਸ ਕਰਕੇ ਸਾਰੀਆਂ ਸੰਗਤਾਂ ਦਰਸ਼ਨ ਕਰਨ ਦੇ ਲਈ ਗੋਇੰਦਵਾਲ ਸਾਹਿਬ ਜੀ ਵੱਲ ਨੂੰ ਆ ਗਈਆਂ। ਬਾਹਨ ਪਰ ਆਰੋਹ ਕੈ ਆਏ, ਕੋ ਪਾਇਨ ਤੇ ਤੂਰਨ ਧਾਏ। ਜਦੋਂ ਜਦੋਂ ਜਿਵੇਂ ਪਤਾ ਲੱਗਾ ਜੋ ਕਿਸੇ ਕੋਲ ਸੀ, ਕੋਈ ਗੱਡਿਆਂ ਤੇ ਬੈਠ ਕੇ, ਘੋੜਿਆਂ ਤੇ ਬੈਠ ਕੇ, ਜਾਂ ਕੋਈ ਰੱਥਾਂ ਤੇ ਬੈਠ ਕੇ, ਜਾਂ ਕਈ ਪੈਦਲ ਹੀ ਗੋਇੰਦਵਾਲ ਸਾਹਿਬ ਜੀ ਵੱਲ ਨੂੰ ਚੱਲ ਪਏ। ਦੁਰਲਭ ਦਰਸ਼ਨ ਬੜ ਫਲ ਦਾਤਾ, ਸੁਨਿਆਸ ਕੋ ਨਾਏ ਮਹਤਾ। ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਕੀਰਤੀ ਕਰਦਿਆਂ ਭੱਟ ਕਹਿੰਦੇ ਗੁਰੂ ਅਮਰਦਾਸ ਪਰਸੇ ਐ ਪਹੁਮ ਪਾਤਕ ਬੇਨਾਸੈ। ਗੁਰੂ ਅਮਰਦਾਸ ਪਰਸੇ ਐ ਸਿੱਧ ਸਾਧਕ ਅਸਾਸੈ। ਗੁਰੂ ਅਮਰਦਾਸ ਪਰਸੇ ਐ ਧਿਆਨ ਲਹੇ ਪਉ ਮੁਕੈ। ਗੁਰੂ ਅਮਰਦਾਸ ਪਖੀ ਪਰਸੇ ਐ ਅਪਾਉ ਲੱਗੈ ਲੱਭੈ ਗਹੁ ਚੁੱਕੈ। ਇੱਕ ਬਿਨ ਦੁਗੁਣ ਜੋ ਤਉ ਰਹਿ ਜਾਂ ਸੁਮੰਤਰ ਮਾਨ ਵਾਹਿ ਲੈ, ਜਲ ਪਾ ਪਦਾਰਥ ਇਤੜੇ। ਗੁਰੂ ਅਮਰਦਾਸ ਜਿੱਥੇ ਮਿਲੇ, ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤਿਆਂ ਇੰਨੇ ਫਲ ਮਿਲਦੇ ਨੇ, ਸੁੱਖ ਮਿਲਦੇ ਨੇ, ਆਨੰਦ ਮਿਲਦਾ ਹੈ। ਉਹ ਸਤਿਗੁਰੂ ਜੀ ਦੇ ਦੀਦਾਰ ਕਰਨ ਦੀ ਗੱਲ ਸੁਣ ਕੇ ਵੀ ਉਹ ਸਤਿਗੁਰੂ ਜੀ ਦੇ ਤੇ ਦਰਸ਼ਨ ਦੁਰਲੱਭ ਨੇ, ਫਿਰ ਮੁੜ ਕੇ ਸਾਨੂੰ ਹੋਣਗੇ ਨਹੀਂ। ਕਿਉਂ ਨਹੀਂ ਦੁਨੀਆ ਭੱਜ ਕੇ ਆਏਗੀ, ਕਿਉਂ ਨਹੀਂ ਦੁਨੀਆ ਦੌੜੀ ਆਏਗੀ? ਜੇ ਸਤਿਗੁਰੂ ਜੀ ਮਨ ਕਰਕੇ ਇੰਨੇ ਕੋਮਲ, ਇੰਨੇ ਪਰਉਪਕਾਰੀ, ਜਿਹੜੇ ਕਹਿੰਦੇ ਕਿ ਗੋਇੰਦਵਾਲ ਦੀ ਧਰਤੀ 'ਚ ਕੋਈ ਮਾਂ ਇਸ ਕਰਕੇ ਨਾ ਰੋਏ ਕਿ ਉਹਦਾ ਪੁੱਤਰ ਜਿਹੜਾ ਹੈ ਉਹ ਦੁਖੀ ਹੈ ਜਾਂ ਚੜ੍ਹਾਈ ਕਰ ਗਿਆ। ਕਿੰਨਾ ਕੋਮਲ ਹਿਰਦਾ ਉਹਨਾਂ ਦਾ, ਕਿੰਨਾ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਸ ਕਰਕੇ ਉਹ ਸਤਿਗੁਰੂ ਜੀ ਦੇ ਦੀਦਾਰ ਕਰਨ ਦੀ ਗੱਲ ਸੁਣ ਕੇ ਕਿਉਂ ਨਾ ਸੰਗਤਾਂ ਭੱਜ ਕੇ ਆਉਂਦੀਆਂ। ਚੌਂ ਦੇਸ਼ ਮਗਿਆ ਵਹਿ ਸਮੁਦਾਏ, ਪੁਰ ਪ੍ਰਵਿਸ਼ੈ ਗੁਰ ਦਰਸ਼ਨ ਪਾਏ। ਗੋਇੰਦਵਾਲ ਸਾਹਿਬ ਨੂੰ ਜਿੰਨੇ ਰਸਤੇ ਆ ਰਹੇ ਨੇ, ਚਾਰ ਸਫੇਰਿਓਂ ਸੰਗਤਾਂ ਦੇ ਨਾਲ ਭਰੇ ਹੋਏ ਨੇ, ਵਾਹੋ ਦਾਹੀ ਸੰਗਤਾਂ ਤੁਰੀਆਂ ਆ ਰਹੀਆਂ ਹਨ। ਸ਼੍ਰੀ ਅੰਗਦ ਕੇ ਨੰਦਨ ਦਾਤੂ, ਪੂਰਬ ਆਏ ਪ੍ਰਹਾਰੀ ਲਾਤੂ। ਸਭ ਤੋਂ ਪਹਿਲਾਂ ਪਤਾ ਲੱਗਾ ਖੰਡੂਰ ਦੇ ਵਿੱਚ ਜਾ ਕੇ ਬਾਬਾ ਦਾਤੂ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਸੁਪੁੱਤਰ ਸਨ। ਇਹ ਬਾਬਾ ਦਾਤੂ ਜੀ ਪਹਿਲਾਂ ਵੀ ਆਏ ਸਨ ਖੰਡੂਰ ਗੋਇੰਦਵਾਲ ਸਾਹਿਬ ਜੀ ਵਿੱਚ, ਪਰ ਉਦੋਂ ਆਏ ਸਨ ਲੋਕਾਂ ਦੀ ਚੁੱਕ ਜਾਂ ਈਰਖਾ ਦੇ ਵਿੱਚ ਆ ਕੇ ਭਰੇ ਦੀਵਾਨ 'ਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਲੱਤ ਮਾਰ ਦਿੱਤੀ। ਉਦੋਂ ਬਾਅਦ ਨਹੀਂ ਆਏ। ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਜਾਣਗੇ, ਹੁਣ ਉਹ ਵੀ ਚੱਲ ਪਏ ਹਨ। ਤਬ ਕੋ ਸੰਕਟ ਚਰਨ ਮਝਾਰਾ, ਹੋਦ ਅਸਥ ਮੈਂ ਪੀਰ ਉਦਾਰਾ। ਕਵੀ ਜੀ ਕਹਿੰਦੇ ਉਦੋਂ ਦਾ ਇਹਨਾਂ ਦੀ ਲੱਤ ਵਿੱਚ ਸੰਕਟ ਹੈ। ਦੇਖੋ, ਲੱਤ ਵਿੱਚ ਸੰਕਟ ਹੋਵੇਗਾ ਹੀ, ਪਰ ਇਸ ਤੋਂ ਇਲਾਵਾ ਮਨ ਵਿੱਚ ਬੜਾ ਸੰਕਟ ਹੁੰਦਾ ਹੈ। ਬੰਦਾ ਉਗਣ ਕਰ ਲੇ ਨਾ, ਕਿਤੇ ਗਲਤੀ ਕਰ ਲੇ, ਉਹਨੂੰ ਸਰੀਰ ਤੇ ਦੁੱਖ ਆਵੇ ਜਾਂ ਨਾ ਆਵੇ, ਇੱਕ ਗੱਲ ਬਾਤ ਦੀ ਹੈ, ਆਉਂਦਾ ਵੀ ਹੈ, ਲੇਕਿਨ ਸਭ ਤੋਂ ਵੱਡਾ ਮਨ ਵਿੱਚ ਜਿਹੜਾ ਹੁੰਦਾ ਨਾ ਪਛਤਾਵਾ, ਉਹ ਬੜਾ ਭਾਰੀ ਦੁੱਖ ਹੈ। ਹੁਣ ਗੁਰੂ ਅਮਰਦਾਸ ਜੀ ਜਗਤ ਦੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸਾਰੀ ਮਾਨਵਤਾ ਝੁਕਦੀ ਹੈ, ਦੁਨੀਆ ਸਤਿਗੁਰੂ ਜੀ ਦੀ ਜੈ ਜੈਕਾਰ ਕਰਦੀ ਹੈ। ਨਾਲੇ ਗੁਰੂ ਅੰਗਦ ਸਾਹਿਬ ਜੀ ਨੇ ਆਪ ਉਹਨਾਂ ਨੂੰ ਪਰਿਕਰਮਾ ਕਰਕੇ ਮਸਤਕ ਝੁਕਾਇਆ। ਉਹ ਸਤਿਗੁਰੂ ਜੀ ਨੂੰ ਲੱਤ ਮਾਰਨਾ ਕੋਈ ਮੋਟੀ ਮਾਮੂਲੀ ਜੀ ਗੱਲ ਨਹੀਂ ਹੈ। ਕਿੱਡਾ ਵੱਡਾ ਪਛਤਾਵਾ ਹੋਏਗਾ ਬਾਬਾ ਦਾਤੂ ਜੀ ਦੇ ਮਨ 'ਚ। ਬੰਦਾ ਕਿਤੇ ਗਲਤੀ ਕਰ ਲੇ ਨਾ, ਜਿਹਦੇ ਨਾਲ ਅਸੀਂ ਗਲਤੀ ਕੀਤੀ ਉਹ ਕੁਝ ਕਹੇ ਨਾ ਕਹੇ, ਗੱਲ ਵੱਖਰੀ ਹੁੰਦੀ ਹੈ। ਇੱਕ ਨਾਲਾ ਦੁਆਲਾ ਜਿਹੜੀ ਸੁਸਾਇਟੀ ਹੁੰਦੀ ਹੈ ਨਾ, ਉਹ ਗੱਲਾਂ ਕਰ ਕਰਕੇ ਮਨੁੱਖ ਦੇ ਅੰਦਰ ਫਿਰ ਖਿਆਲ ਪੈਦਾ ਕਰ ਦਿੰਦੀਆਂ ਨੇ। ਹੁਣ ਲੋਕਾਂ ਨੇ ਕਿਹਾ ਹੋਏਗਾ ਕਿ ਤੂੰ ਬੜਾ ਮਾੜਾ ਕੀਤਾ ਹੋਏਗਾ, ਦੋ ਗੁਰੂ ਸਾਹਿਬ ਜੀ ਨੂੰ ਜਾ ਕੇ ਇਹ ਐਡਾ ਵੱਡਾ ਔਗਣ ਕੀਤਾ, ਅਪਰਾਧ ਕੀਤਾ, ਸਤਿਗੁਰੂ ਜੀ ਦੇ ਸਾਹਮਣੇ ਅਵਗਿਆ ਕੀਤੀ ਹੈ, ਨਰਾਦਰ ਕੀਤਾ ਹੈ,
ਤੇ ਉਹਨਾਂ ਦੇ ਮਨ 'ਚ ਕਿੱਡਾ ਵੱਡਾ ਦੁੱਖ ਹੋਏਗਾ, ਇਹਨੂੰ ਸਮਝਣ ਦੀ ਲੋੜ। ਮਾਨਸਿਕ ਤੌਰ ਤੇ ਵੀ ਉਹ ਪੀੜਾ ਵਿੱਚ ਸਨ। ਜੇ ਮਾਨਸਿਕ ਪੀੜਾ ਤੇ ਸਰੀਰਕ ਪੀੜਾ ਤੇ ਹੋਣੀ ਹੈ। ਇਸ ਕਰਕੇ ਉਹਨਾਂ ਨੂੰ ਜਦੋਂ ਪਤਾ ਲੱਗਾ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਕਦੀ ਲੱਤ ਮਾਰੀ ਸੀ, ਦਰਦ ਵਿੱਚ ਸਨ, ਦੁਖੀ ਸਨ, ਉਹ ਵੀ ਚੱਲ ਪਏ ਹਨ। ਲੱਜਤ ਨਿਕਟ ਨਹੀਂ ਚਲ ਆਏਵ, ਬਿਨਤੀ ਕਰਕੇ ਨਹਿ ਬਖਸ਼ਾਏਵ। ਹੁਣ ਆਉਣਾ ਚਾਹੁੰਦੇ ਸਨ, ਪਛਤਾਵਾ ਹੈ ਮਨ ਵਿੱਚ, ਪਰ ਸ਼ਰਮਿੰਦਗੀ ਦੇ ਮਾਰੇ ਆਏ ਨਹੀਂ। ਇੱਕ ਬੰਨੇ ਇਹ ਖਿਆਲ ਸੀ ਮੈਂ ਗੁਰੂ ਪੁੱਤਰ ਹਾਂ, ਇੱਕ ਬੰਨੇ ਇਹ ਖਿਆਲ ਸੀ ਕਿ ਉਹ ਸਤਿਗੁਰੂ ਜੀ ਨੇ। ਹੁਣ ਦੁਬਿਧਾ 'ਚ ਪੈ ਜਾਂਦਾ ਬੰਦਾ, ਹੰਕਾਰ ਤੇ ਅੰਦਰ ਹੈ ਨਾ ਟਿਕਿਆ ਹੋਇਆ, ਇਸ ਕਰਕੇ ਉਹ ਆ ਨਾ ਸਕੇ। ਸਤਿਗੁਰੂ ਜੀ ਕੋਲੋਂ ਭੁੱਲ ਬਖਸ਼ਾਈ ਨਾ ਉਹਨਾਂ ਨੇ। ਸੋ ਸੁਨ ਕੇ ਸ਼੍ਰੀ ਅਮਰ ਪਿਆਨਾ, ਹਿਰਦੈ ਬਿਖੈ ਮਚਿਤਵਤ ਠਾਨਾ। ਬਾਬਾ ਦਾਤੂ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਨਾ ਕਰਨ ਵਾਲੇ ਨੇ, ਚਲਾਣਾ ਕਰਨ ਵਾਲੇ ਨੇ, ਤੇ ਉਹ ਵੀ ਸਤਿਗੁਰੂ ਸਾਹਿਬ ਜੀ ਵੱਲ ਨੂੰ ਚੱਲ ਪਏ ਹਨ। ਨਿਸਬਾ ਸੁਰ ਦੁਖ ਲਾਓ ਕਨੇਰਾ, ਬਖਸ਼ਾਵੋ ਦਿਨ ਤੇ ਸਵੇਰਾ। ਉਹ ਕਹਿਣ ਲੱਗਾ ਕਿ ਮੈਂ ਦਿਨ ਰਾਤ ਦੁਖੀ ਰਹਿ ਰਿਹਾ, ਚਿੰਤਾ 'ਚ ਹਾਂ, ਫਿਕਰ 'ਚ ਹਾਂ, ਤੇ ਹੁਣ ਮੈਂ ਸਤਿਗੁਰੂ ਜੀ ਦੇ ਕੋਲੋਂ ਆਪਣੀ ਭੁੱਲ ਬਖਸ਼ਾ ਲਵਾਂ। ਜੇ ਹੁਣ ਨਾ ਜਾ ਸਕਿਆ, ਮੇਰੀ ਭੁੱਲ ਕਿਸੇ ਨੇ ਕਿੱਥੋਂ ਬਖਸ਼ਾਵਾਂਗਾ, ਸਤਿਗੁਰੂ ਜੀ ਨਹੀਂ ਹੋਣਗੇ ਤਾਂ। ਇਸ ਕਰਕੇ ਉਹ ਚੱਲ ਪਿਆ। ਆਪਨ ਕੁਮਤ ਤੇ ਮੈਂ ਨ ਜਾਉ, ਸੋ ਤੋ ਬਾਂ ਕਿਰਪਾਲ ਸੁਭਾਉ। ਬਾਬਾ ਦਾਤੂ ਜੀ ਕਹਿੰਦੇ ਮੇਰੀ ਮੱਤ ਮਾੜੀ ਹੈ। ਕੁਮਤ ਦਾ ਅਰਥ ਨਾ ਮੇਰੀ ਮੱਤ ਖੋਟੀ, ਹੰਕਾਰੀ ਹੈ। ਮੈਂ ਹੀ ਨਹੀਂ ਉਹਨਾਂ ਕੋਲ ਗਿਆ। ਉਹ ਤੇ ਬੜੇ ਦਿਆਲੂ ਨੇ, ਉਹ ਤੇ ਬੜੇ ਕਿਰਪਾਲੂ ਨੇ। ਇਹ ਮੇਰੀ ਗਲਤੀ ਜਿਹੜਾ ਮੈਂ ਉਹਨਾਂ ਕੋਲ ਨਹੀਂ ਗਿਆ। ਦੇਖਤ ਦਇਆ ਕਰੇ ਦੁਖ ਹਰਹੀ, ਜਿਮ ਜਾਚੇ ਤਮ ਦੇ ਬੋ ਕਰਹੀ। ਮੈਨੂੰ ਯਕੀਨ ਆ ਕਿ ਜਦੋਂ ਮੈਂ ਸਤਿਗੁਰੂ ਜੀ ਦੇ ਸਾਹਮਣੇ ਜਾਵਾਂਗਾ, ਉਹ ਮੇਰੇ ਤੇ ਦਇਆ ਦ੍ਰਿਸ਼ਟੀ ਕਰਨਗੇ। ਉਹ ਤੇ ਦੇਖਦੇ ਹੀ ਮੇਰੇ ਦੁੱਖ ਦਰਦ ਦੂਰ ਕਰ ਦੇਣਗੇ। ਜਦੋਂ ਮੈਂ ਬੇਨਤੀ ਕਰਾਂਗਾ, ਉਹ ਮੇਰੇ ਤੇ ਕਿਰਪਾ ਦ੍ਰਿਸ਼ ਜ਼ਰੂਰ ਕਰਨਗੇ। ਬਿਨ ਬਖਸ਼ਾਵਨ ਕਸ਼ਟ ਕਨੇਰਾ, ਯਾਰ ਬਿਗਰੇ ਪਰਲੋਕ ਸੁਮੇਰਾ। ਜੇ ਮੈਂ ਸਤਿਗੁਰੂ ਜੀ ਦੇ ਕੋਲੋਂ ਆਪਣੀ ਭੁੱਲ ਬਖਸ਼ਵਾਈ ਨਾ, ਤੇ ਮੇਰੀ ਜ਼ਿੰਦਗੀ 'ਚ ਬੜਾ ਭਾਰੀ ਕਸ਼ਟ ਰਹੇਗਾ। ਅਗਲੀ ਗੱਲ ਹੈ ਕਿ ਮੇਰਾ ਪਰਲੋਕ ਹੀ ਵਿਗੜ ਜਾਏਗਾ, ਆਉਣ ਵਾਲੀ ਜ਼ਿੰਦਗੀ, ਆਉਣ ਵਾਲਾ ਸਮਾਂ ਵਿਗੜ ਜਾਏਗਾ। ਆਜ ਸਮਾਂ ਫਿਰ ਹਾਥ ਨ ਆਵੇ, ਤਿਨ ਕੇ ਜੀਅਤ ਮਿਰਨ ਬਨ ਆਵੇ। ਅੱਜ ਸਮਾਂ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਵਿੱਚ ਹਨ, ਲੇਕਿਨ ਮੁੜ ਕੇ ਇਹ ਸਮਾਂ ਹੱਥ ਨਹੀਂ ਆਉਣਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਾਣਾ ਕਰ ਗਏ। ਇਮ ਵਿਚਾਰ ਕਰ ਤੂਰਨ ਚਾਲਾ, ਪਹੁੰਚਿਓ ਪੁਰ ਮੈਂ ਪ੍ਰੇਮ ਵਿਸਾਲਾ। ਇਹ ਸੋਚ ਕੇ ਬਾਬਾ ਦਾਤੂ ਜੀ ਬੜੇ ਪਿਆਰ ਨਾਲ, ਬੜੇ ਅਦਬ ਨਾਲ ਗੋਇੰਦਵਾਲ ਸਾਹਿਬ ਜੀ ਵੱਲ ਨੂੰ ਚੱਲ ਪਏ ਹਨ। ਆਓ ਚਕ ਜਾਏ ਚਰਨ ਸਿਰ ਧਰਿਓ, ਤਰਾਹ ਦਰਾਇਓ ਅਧੀਨ ਉਚਰਿਓ। ਗੋਇੰਦਵਾਲ ਪਹੁੰਚੇ, ਗੁਰੂ ਦਰਬਾਰ 'ਚ ਪਹੁੰਚੇ, ਕਿਸੇ ਨੂੰ ਦੱਸਿਆ ਨਹੀਂ, ਪੁੱਛਿਆ ਨਹੀਂ। ਜਾ ਕੇ ਅਚਨਚੇਤ ਸੰਗਤ ਜੁੜੀ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਸਿਰ ਰੱਖ ਦਿੱਤਾ ਹੈ। ਤਰਾਹੇ ਤਰਾਹੇ ਦਾ ਅਰਥ ਹੁੰਦਾ ਹੈ ਜਿੱਦਾਂ ਆਪਾਂ ਤਰਲੇ ਜੇ ਲੈਣੇ, ਔਰ ਬੇਨਤੀ ਕੀਤੀ ਸਤਿਗੁਰੂ ਜੀ ਦੇ ਚਰਨਾਂ 'ਚ ਬੜੀ ਨਿਰਮਾਣਤਾ ਦੇ ਨਾਲ, ਅਧੀਨਗੀ ਦੇ ਨਾਲ। ਸ਼੍ਰੀ ਸਤਿਗੁਰ ਜਬ ਦੇਖਨ ਕਰਿਓ, ਭਇਓ ਦੀਨ ਕਰ ਪ੍ਰੇਮ ਸੁਪਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪਈ ਦਾਤੂ। ਸਤਿਗੁਰੂ ਜੀ ਨੇ ਦੇਖਿਆ ਕਿ ਬੜੀ ਨਿਮਰਤਾ ਨਾਲ, ਪਿਆਰ ਨਾਲ ਇਹ ਡਿਗਿਆ ਹੋਇਆ ਹੈ। ਸਨਮਾਨਤ ਕਰ ਸਮੁਖ ਬਿਠਾਇਓ, ਨਮਸਕਾਰ ਕਰ ਮ੍ਰਿਦੁਲ ਅਲਾਇਓ। ਸਤਿਗੁਰੂ ਜੀ ਨੇ ਸਨਮਾਨ ਦਿੱਤਾ, ਇਹੀ ਤੇ ਵਡਿਆਈ ਹੈ। ਗੁਰੂ ਪੁੱਤਰ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਦਿੱਤਾ, ਉਹਨੂੰ ਉਠਾਇਆ, ਬਿਠਾਇਆ ਸਾਹਮਣੇ, ਤੇ ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਪਿਆਰ ਦਿੱਤਾ ਹੈ। ਮੋਹ ਪਰ ਕਿਰਪਾ ਕਰੀ ਤੁਮ ਆਏ, ਧਨ ਬਏ ਹਮ ਦਰਸ਼ਨ ਪਾਏ। ਦੇਖੋ ਕਿੰਨੀ ਨਿਰਮਾਣਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਉਮਰ ਵਿੱਚ ਬਹੁਤ ਵੱਡੇ ਨੇ, ਗੁਰੂ ਅੰਗਦ ਸਾਹਿਬ ਜੀ ਤੋਂ ਵੀ ਵੱਡੇ ਸਨ। ਗੁਰੂ ਨਾਨਕ ਸਾਹਿਬ ਜੀ ਤੋਂ 10 ਕੁ ਸਾਲ ਹੀ ਛੋਟੇ ਸਨ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਦਾ, ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 1479 ਦਾ। ਇਹਦਾ ਮਤਲਬ ਕਿ ਗੁਰੂ ਅੰਗਦ ਸਾਹਿਬ ਜੀ ਤੋਂ ਵੀ ਉਮਰ ਕਰਕੇ ਵੱਡੇ ਸਨ। ਰਿਸ਼ਤਾ ਵੀ ਸੀ, ਵੱਡੇ ਸਨ, ਰਿਸ਼ਤੇ ਕਰਕੇ ਵੀ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਜਿਹੜੀ ਸੀ, ਉਹ ਆਪ ਜੀ ਦੇ ਭਤੀਜੇ ਵੱਲ ਵਿਆਹੀ ਹੋਈ ਸੀ। ਦੁਨਿਆਵੀ ਪੱਖ ਤੋਂ ਵੀ ਦੇਖੀਏ, ਚਲੋ ਆਪਾਂ ਗੁਰਮਤਿ ਤੌਰ ਤੇ ਨਹੀਂ ਮੰਨਦੇ, ਦੁਨਿਆਵੀ ਪੱਖ ਤੋਂ ਵੀ ਇਹ ਰੁਤਬਾ ਵੱਡਾ ਸੀ। ਫਿਰ ਗੁਰਤਾ ਗੱਦੀ ਤੇ ਬੈਠੇ ਸਭ ਤੋਂ ਵੱਡੀ ਵਡਿਆਈ ਇਹ ਸੀ। ਨਿਰਮਾਣਤਾ ਕਿੰਨੀ ਹੈ। ਸਤਿਗੁਰੂ ਜੀ ਨੇ ਬਾਬਾ ਦਾਤੂ ਜੀ ਨੂੰ ਉਠਾਇਆ ਤੇ ਉਹਨੂੰ ਨਮਸਕਾਰ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਬਾਬਾ ਜੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਇੱਥੇ ਚੱਲ ਕੇ ਆ ਗਏ, ਉਹ ਦਰਸ਼ਨ ਦਿੱਤੇ ਆ ਕੇ ਤੁਸੀਂ ਮੈਨੂੰ। ਕੌਣ ਕਾਜ ਮੈਂ ਕਰੂੰ ਤੁਮਾਰਾ, ਜਿਸ ਤੇ ਸਫਲ ਹੈ ਜਨਮ ਹਮਾਰਾ। ਮੈਨੂੰ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰਾਂ।
ਜਿਸ ਕਰਕੇ ਮੇਰਾ ਜੀਵਨ ਸਫਲ ਹੋ ਜਾਏ। ਇਹ ਹੈ ਨਿਰਮਾਣਤਾ, ਵੱਡੇ ਪੁਰਖਾਂ ਦੀ ਇਹ ਵਡਿਆਈ ਹੈ, ਇਹਨੂੰ ਮਹਾਨ ਕਿਹਾ ਜਾਂਦਾ ਹੈ। ਵੱਡਾ ਉਹ ਨਹੀਂ ਹੈ ਜਿਹੜਾ ਵੱਡੇ ਰੁਤਬੇ ਤੇ ਬੈਠਾ ਹੈ। ਗੁਰੂ ਕੀ ਪਵਿੱਤਰ ਬਾਣੀ ਕਹਿੰਦੀ ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਜਿਹਦੇ ਅੰਦਰ ਗਰੀਬੀ ਹੈ, ਨਿਰਮਾਣਤਾ ਹੈ, ਉਹ ਮਨੁੱਖ ਮਹਾਨ ਹੁੰਦਾ ਹੈ। ਗੁਰੂ ਅਮਰਦਾਸ ਜੀ ਗੁਰੂ ਨੇ, ਸਮਰੱਥ ਨੇ, ਹਜ਼ਾਰਾਂ ਲੋਕੀ ਉਹਨਾਂ ਦੇ ਨਾਲ ਸੰਗਤਾਂ ਨੇ, ਬੜੇ ਬੜੇ ਤਗੜੇ ਗੁਰਸਿੱਖ ਨੇ। ਸਰੀਰਕ ਤੌਰ ਤੇ ਕੋਈ ਬਾਬਾ ਦਾਤੂ ਜੀ ਕੋ ਬਹੁਤ ਤਗੜੇ ਨਹੀਂ ਹੈ, ਰੁਤਬੇ ਵਿੱਚ ਵੀ ਤਗੜੇ ਨਹੀਂ, ਲੇਕਿਨ ਇਹ ਸਤਿਗੁਰੂ ਜੀ ਦੀ ਵਡਿਆਈ ਹੈ। ਉਹ ਗੁਰੂ ਪੁੱਤਰਾਂ ਨੂੰ ਮਾਣ ਦੇ ਰਹੇ ਨੇ, ਆਪਣੀ ਨਿਰਮਾਣਤਾ ਦਰਸਾ ਰਹੇ ਨੇ। ਕਹਿਣ ਲੱਗੇ ਮੈਨੂੰ ਸੇਵਾ ਦੱਸੋ, ਜੇ ਸੇਵਾ ਕਰਨ ਦੇ ਨਾਲ ਮੇਰਾ ਜਨਮ ਸਫਲਾ ਹੋ ਜਾਏ, ਮੇਰਾ ਜੀਵਨ ਸਫਲਾ ਹੋ ਜਾਏ। ਕਿੰਨੀ ਨਿਰਮਾਣਤਾ ਹੈ। ਹੁਣ ਗੁਰੂ ਨੇ ਲੋਕਾਂ ਦਾ ਜੀਵਨ ਸਫਲ ਕਰਦੇ ਨੇ। ਸਾਡੇ ਤੇ ਮਨਾਂ 'ਚ ਹੰਕਾਰ ਹੀ ਭਰਿਆ ਪਿਆ, ਕਿਤੇ ਨਿਮਰਤਾ ਆ ਜਾਏ ਨਾ ਸਾਡੇ ਮਨਾਂ 'ਚ, ਸਾਡੀ ਜ਼ਿੰਦਗੀ ਸਫਲ ਹੋ ਜਾਏ, ਜ਼ਿੰਦਗੀ 'ਚ ਦੁੱਖ ਕਲ ਕਲੇਸ਼ ਮਿਟ ਜਾਣ। ਲੇਕਿਨ ਅਸੀਂ ਗੁਰੂ ਅੱਗੇ ਵੀ ਝੁਕਦੇ ਹਾਂ, ਫਿਰ ਵੀ ਦੱਸਣਾ ਚਾਹੁੰਦੇ ਕਿ ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਧਨਵਾਨ ਹਾਂ, ਮੈਂ ਤਾਂ ਬੜੀ ਸੇਵਾ ਕਰਦਾ, ਸਾਰਾ ਦਿਨ ਜੋੜੇ ਹੀ ਝਾੜਦਾ ਰਹਿੰਦਾ, ਮੈਂ ਤੇ ਬੜਾ ਇੱਥੇ ਜੀ ਪਹਿਰੇਦਾਰ ਬਣਿਆ ਬੈਠਾ। ਗੁਰੂ ਦੀ ਹਜ਼ੂਰੀ 'ਚ ਸਾਡਾ ਬੋਲ ਚਾਲ, ਬੈਠਣ ਉੱਠਣ ਦਾ ਜਿਹੜੋ ਸਲੀਕਾ ਹੈ, ਢੰਗ ਤਰੀਕਾ ਹੈ, ਉਹ ਇਹ ਗੱਲ ਦਰਸਾਉਂਦਾ ਹੈ ਕਿ ਸਾਡੇ ਅੰਦਰ ਅਜੇ ਨਿਰਮਾਣਤਾ ਨਹੀਂ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਮੈਨੂੰ ਕੋਈ ਸੇਵਾ ਦੱਸੋ, ਕਿਹੜੀ ਸੇਵਾ ਕਰਾਂ ਤੁਹਾਡੀ ਮੈਂ, ਤਾਂ ਕਿ ਮੇਰਾ ਜੀਵਨ ਸਫਲ ਹੋ ਜਾਵੇ। ਹਾਥ ਜੋੜਦਾ ਤੂੰ ਬਚ ਭਾਖੇ, ਕਰੋ ਕਾਜ ਮਮ ਜਸ ਅਬਿਲਾਖੇ। ਹੱਥ ਜੋੜ ਕੇ ਬਾਬਾ ਦਾਤੂ ਜੀ ਨੇ ਇਸ ਤਰ੍ਹਾਂ ਕਿਹਾ, ਸਤਿਗੁਰੂ ਜੀ ਮਿਹਰ ਕਰੋ, ਮੇਰੀ ਇੱਕ ਰੀਝ ਪੂਰੀ ਕਰ ਦਿਓ, ਮੇਰਾ ਕੰਮ ਕਰ ਦਿਓ। ਅਪਰਾਧੀ ਮੈਂ ਪ੍ਰਭੂ ਤੁਮਾਰਾ, ਹੋਏ ਢੀਠ ਜਬ ਚਰਨ ਪ੍ਰਹਾਰਾ। ਮਹਾਰਾਜ ਜੀ ਮੈਂ ਤੁਹਾਡਾ ਦੋਸ਼ੀ ਹਾਂ, ਮੈਂ ਬੜੀ ਤਗੜੀ ਵਗਿਆ ਕੀਤੀ ਤੁਹਾਡੇ ਕੋਲ ਆ ਕੇ। ਜਦੋਂ ਮੈਂ ਤੁਹਾਨੂੰ ਆ ਕੇ ਨਿਰਾਦਰ ਕੀਤਾ, ਤੁਹਾਨੂੰ ਲੱਤ ਮਾਰੀ ਸੀ। ਮਤਸਰ ਅਗਨ ਦਹੀ ਮਮ ਛਾਤੀ, ਦੁਤੀਏ ਮਿਲਿਓ ਕੁਸੰਗ ਕੁਮਤ ਉਤਪਾਤੀ। ਦੇਖੋ ਮੇਰੀ ਉਦੋਂ ਈਰਖਾ ਦੇ ਨਾਲ ਛਾਤੀ ਜਿਹੜੀ ਸੀ ਨਾ ਸੜ ਰਹੀ ਸੀ, ਮੇਰੇ ਦਿਲ ਦੇ ਅੰਦਰ ਅੱਗ ਲੱਗੀ ਸੀ ਈਰਖਾ ਦੀ। ਤੇ ਅਗਲੀ ਗੱਲ ਇਹ ਮਹਾਰਾਜ ਮੈਨੂੰ ਕੁਸੰਗਤ ਮਿਲ ਗਈ। ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਬਾਬਾ ਦਾਤੂ ਜੀ ਨੇ ਲੱਤ ਮਾਰੀ, ਇਕੱਲਿਆਂ ਨਹੀਂ ਮਾਰੀ, ਇਹਦੇ ਮਗਰ ਉਹ ਸੋਚ ਹੈ ਜਿਸ ਸੋਚ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਈਆ ਕਿਹਾ ਸੀ। ਉਹ ਸੋਚ ਹੈ ਜਿਹੜੀ ਗੁਰੂ ਨਾਨਕ ਦੇ ਘਰ ਦੀ ਸਦੀਆਂ ਤੋਂ ਵਿਰੋਧਤਾ ਕਰਦੀ ਆਈ ਸੀ। ਉਸ ਸੋਚ ਨੇ ਬਾਬਾ ਦਾਤੂ ਨੂੰ ਚੁੱਕਿਆ, ਤੂੰ ਮਾਲਕ ਸੀ, ਬਾਹਰੋਂ ਹੀ ਆ ਕੇ ਗੁਰੂ ਬਣ ਗਿਆ। ਇਹ ਉਹ ਸੋਚ ਹੈ ਜਿਹੜੀ ਸੋਚ ਨੇ ਕਦੀ ਲੰਗਰ ਬੰਦ ਕਰਾਉਣ ਦੀ ਗੱਲ ਗੁਰੂ ਅਮਰਦਾਸ ਜੀ ਵੇਲੇ ਕੀਤੀ, ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਕੀਤੀ, ਹਰਿਮੰਦਰ ਸਾਹਿਬ ਜੀ ਵਿੱਚੋਂ ਕੀਰਤਨ ਬੰਦ ਕਰਨ ਦੀ ਲਈ। ਭਾਈ ਸੱਤਾ ਤੇ ਬਲਵੰਡ ਕੋਈ ਅਚਨਚੇਤ ਨਹੀਂ ਰੁੱਸੇ ਜਾਂ ਇਕੱਲੇ ਨਹੀਂ ਰੁੱਸੇ, ਉਹਨਾਂ ਨੇ ਮਗਰ ਇੱਕ ਸੋਚ ਖੜੀ ਹੋਈ ਹੈ। ਉਹ ਸੋਚ ਉਹੀ ਹੈ ਜਿਹੜੀ ਇੱਕ ਬੰਨੇ ਗੁਰੂ ਘਰ 'ਚ ਵੀ ਰਹਿੰਦੀ ਤੇ ਨਾਲ ਸਰਕਾਰੀ ਦਰਬਾਰੇ ਵੀ ਜਿਨ੍ਹਾਂ ਨੇ ਸਾਂਝ ਪਾਈ ਹੁੰਦੀ ਹੈ। ਉਹੀ ਸੋਚ ਹੈ ਜਿਹੜੀ ਜਦੋਂ ਕਰਤਾਰਪੁਰ ਦੀ ਜੰਗ ਹੁੰਦੀ ਹੈ, ਧੀਰਮਲ ਵਿਰੁੱਧ ਹੋ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਧੀਰਮਲ ਇਕੱਲਾ ਨਹੀਂ, ਉਹਦੇ ਮਗਰ ਇੱਕ ਸੋਚ ਖੜੀ ਹੋਈ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਗਰ ਜਿਹੜੀ ਸੋਚ ਹੈ। ਇਸ ਕਰਕੇ ਇਹ ਇੱਕ ਸੋਚ ਹੈ ਜਿਹੜੀ ਸਦੀਆਂ ਤੋਂ ਜਦ ਦਾ ਗੁਰਮਤਿ ਦਾ ਪ੍ਰਗਾਸ ਹੋਇਆ ਹੈ, ਉਸ ਪੁਜਾਰੀ ਸ਼੍ਰੇਣੀ ਨੂੰ, ਉਸ ਇਵੇਂ ਕਹਿ ਲਓ ਬ੍ਰਾਹਮਣਵਾਦ ਨੂੰ, ਗੁਰਮਤਿ ਦੀ ਇਹ ਸੋਚ ਕਿ ਖੱਤਰੀ ਬ੍ਰਾਹਮਣ ਸੂਦਰ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਮਤਿ ਦੀ ਇਹ ਸੋਚ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿ ਸਮੁੱਚੀ ਮਾਨਵਤਾ ਬਰਾਬਰ ਹੈ। ਇਹ ਸੋਚ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਕਹਿੰਦੇ ਨਹੀਂ ਅਸੀਂ ਖਾਸ ਹਾਂ ਤੇ ਬਾਕੀ ਦੁਨੀਆ ਤੇ ਜਿਹੜੀ ਇਹ ਸੂਦਰੀ ਹੈ। ਉਹ ਸੋਚ ਹੀ ਇੱਥੇ ਖੜੀ ਸੀ। ਕਹਿ ਰਿਹਾ ਮੈਨੂੰ ਕੁਸੰਗਤ ਮਿਲ ਗਈ। ਬਾਬਾ ਦਾਤੂ ਜੀ ਦੇ ਮੂੰਹ ਤੋਂ ਨਿਕਲ ਗਈ ਗੱਲ ਕਿ ਇੱਕ ਤਾਂ ਮੇਰੇ ਮਨ 'ਚ ਈਰਖਾ ਸੀ, ਪਰ ਮਹਾਰਾਜ ਮੈਨੂੰ ਕੁਸੰਗਤ ਮਿਲ ਗਈ ਜਿਹਦੇ ਕਰਕੇ ਮੈਂ ਇਹ ਅਪਰਾਧ ਕਰ ਬੈਠਾ। ਤਿਨ ਕਰਮਤ ਬਾਵਰ ਮਮ ਹੋਈ, ਬਖਸ਼ਾਵਨ ਚਾਹਤ ਅਬ ਸੋਈ। ਇਸ ਕਰਕੇ ਮੇਰੀ ਮੱਤ ਮਾਰੀ ਗਈ, ਬਾਵਰ ਪਾਗਲ ਬਣ ਗਿਆ ਮੈਂ। ਇਹ ਗੱਲ ਤੇ ਸਾਨੂੰ ਯਕੀਨ ਸੱਚ ਕਰ ਲੈਣੀ ਚਾਹੀਦੀ ਹੈ। ਕੋਈ ਮਨੁੱਖ ਕਿਸੇ ਵੀ ਤਰੀਕੇ ਨਾਲ ਗੁਰੂ ਕੀ ਅਵਗਿਆ ਕਰੇ, ਗੁਰੂ ਘਰ ਦੀ ਵਿਰੋਧਤਾ ਕਰੇ, ਉਹ ਭਾਵੇਂ ਆਪ ਕਰੇ ਜਾਂ ਉਹਦੇ ਪਾਸੋਂ ਕਰਾਈ ਜਾਏ, ਜਾਂ ਕੋਈ ਕਿਸੇ ਪਾਸੋਂ ਕਰਾਏ ਜਾਂ ਕਰਾਉਣ ਵਾਲਾ ਜਾਂ ਕਰਨ ਵਾਲਾ ਜਿਹੜਾ ਹੈ ਨਾ, ਉਹਨੂੰ ਅੱਜ ਨਹੀਂ ਕੱਲ ਨਹੀਂ, ਉਹਨੂੰ ਗੁਰੂ ਦੇ ਦਰ ਤੇ ਆ ਕੇ ਡਿੱਗਣਾ ਹੀ ਪਏਗਾ। ਉਹ ਭਾਵੇਂ ਪੁਰਾਣੇ ਸਮੇਂ ਦੀ ਗੱਲ ਹੈ ਤੇ ਭਾਵੇਂ ਅੱਜ ਦੇ ਸਮੇਂ ਦੀ ਗੱਲ ਹੈ। ਅੱਜ ਵੀ ਬੜੀਆਂ ਕਹਾਣੀਆਂ, ਕਥਾ ਕਹਾਣੀਆਂ ਸੁਣਦੇ ਹਾਂ, ਕਿਤੇ ਕਿਤੇ ਆਉਂਦੀਆਂ ਨੇ। 1984 'ਚ ਥਾਂ ਥਾਂ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਉਸ ਸੋਚ ਦੇ ਲੋਕਾਂ ਨੇ। ਗੁਰਦੁਆਰੇ ਸਾਹਿਬ ਸਾੜ ਦਿੱਤੇ ਗਏ। ਕਈ ਘਟਨਾਵਾਂ ਆਈਆਂ ਸਾਹਮਣੇ ਕਿ ਕਿਸੇ ਥਾਂ ਦਾ ਕੋਈ ਵਿਅਕਤੀ ਜਿਹਦਾ ਘਰ ਬਰਬਾਦ ਹੋ ਗਿਆ, ਆਪ ਕੋੜੀ ਹੋ ਗਿਆ,
ਤੇ ਉਹ ਦੱਸਦਾ ਕਿ ਮੈਂ ਉਸ ਦਿਨ ਗੁਰਦੁਆਰੇ ਨੂੰ ਅੱਗ ਲਾਈ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਮੈਂ ਬੇਅਦਬੀ ਕੀਤੀ ਸੀ। ਮੇਰਾ ਕਹਿਣ ਤੋਂ ਮੁਰਾਦ ਇਹ ਹੈ ਕਿ ਗੱਲ ਕੱਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੁਰੂ ਦੀ ਨਹੀਂ ਹੈ। ਜਿਹੜਾ ਵੀ ਬੰਦਾ ਸੱਚ ਦੀ ਵਿਰੋਧਤਾ ਕਰੇਗਾ, ਜਿਹੜਾ ਵੀ ਬੰਦਾ ਇਨਸਾਨੀਅਤ ਦੇ ਵਿਰੁੱਧ ਚੱਲੇਗਾ ਜਾਂ ਮਨੁੱਖੀ ਸੋਚ ਦੇ ਵਿਰੁੱਧ ਚੱਲੇਗਾ, ਉਹ ਅੱਜ ਨਹੀਂ ਕੱਲ ਨਹੀਂ ਉਹਨੂੰ ਤੇ ਝੂਰਨਾ ਹੀ ਪਏਗਾ, ਉਹ ਸਾਰੀ ਜ਼ਿੰਦਗੀ ਝੂਰਦਾ ਜਾਏਗਾ। ਜਿੰਨਾ ਚਿਰ ਜਿਹੜੀ ਗੱਲ ਗੁਰੂ ਅਮਰਦਾਸ ਜੀ ਨੇ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਵਿਵੇਕੀਆਂ ਜਾਏ। ਸਤਿਗੁਰੂ ਜੀ ਨੇ ਕਿਹਾ ਫਿਰ ਮੁਕਤ ਪਾਊਗਾ ਤੇ ਉਹ ਗੁਰੂ ਦੀ ਹਜ਼ੂਰੀ ਚਾ ਕੇ ਪਾਏਗਾ। ਇਸ ਕਰਕੇ ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਮੇਰੀ ਮੱਤ ਮਾਰੀ ਗਈ, ਬੌਰਾ ਹੋ ਗਿਆ, ਮੈਂ ਉਦੋਂ ਤਾਂ ਬੜੇ ਕਸ਼ਟ ਵਿੱਚ ਹਾਂ, ਬੜਾ ਦੁੱਖ ਭੋਗ ਰਿਹਾ ਹਾਂ। ਲੱਜਤ ਰਿਓ ਨਾ ਦਮ ਢਿਗਿਆ ਏਵ ਕਰੀ ਵਗਿਆ ਦੁੱਖ ਫਲ ਪਾਏ। ਮੈਂ ਆਪਣੇ ਅਪਰਾਧ ਕਰਕੇ ਬੜਾ ਸ਼ਰਮਿੰਦਾ ਸਾਂ, ਦੁਖੀ ਸਾਂ। ਕਈ ਵਾਰੀ ਬੰਦਾ ਨਾ ਬੜਾ ਬੇਸ਼ਰਮ ਜਿਹਾ ਹੋ ਜਾਂਦਾ, ਹੁੰਦਾ ਦੁਖੀ ਹੈ ਪਰ ਸ਼ਰਮ ਦਾ ਮਾਰੇ ਸੱਚ ਦੇ ਸਾਹਮਣੇ ਹੋਣ ਤੋਂ ਡਰਦਾ ਹੈ। ਬਹੁਤ ਲੋਕ ਨੇ ਜਿਹੜੇ ਸੱਚ ਦਾ ਸਾਹਮਣਾ ਇਸ ਕਰਕੇ ਨਹੀਂ ਕਰ ਸਕਦੇ, ਅੰਦਰ ਹੰਕਾਰ ਹੈ, ਅੰਦਰੋਂ ਦੁਖੀ ਨੇ ਪਰ ਸੱਚ ਦੇ ਸਾਹਮਣੇ ਆਉਣ ਦੀ ਜੁਰਤ ਨਹੀਂ ਕਰਦੇ। ਇਸ ਤਰ੍ਹਾਂ ਬਾਬਾ ਦਾਤੂ ਕਹਿੰਦਾ ਮੈਂ ਸ਼ਰਮਿੰਦਾ ਦੁਖੀ ਬਹੁਤ ਸਾਂ, ਅੰਦਰੋਂ ਝੂਰਦਾ ਬੜਾ ਸਾਂ, ਪਰ ਮੈਂ ਤੁਹਾਡੇ ਸਾਹਮਣੇ ਨਹੀਂ ਆ ਸਕਿਆ ਜੀ। ਕਿਰਪਾ ਨਿਧਾਨ ਸ਼ਿਮਾ ਤੁਮ ਧਾਰੋ ਔਰ ਗੰਭੀਰ ਤੀਰ ਹਿਤ ਸਾਰੋ। ਤੁਸੀਂ ਕਿਰਪਾ ਦੇ ਖਜ਼ਾਨੇ ਹੋ ਜੀ, ਮੇਰੇ ਤੇ ਬਖਸ਼ਿਸ਼ ਕਰੋ ਤੇ ਮੇਰੇ ਇਸ ਦੁੱਖ ਨੂੰ ਨਿਵਰਤ ਕਰ ਦਿਓ ਜੀ। ਸੁਨ ਸ਼੍ਰੀ ਅਮਰਦਾਸ ਤਬ ਬੋਲੇ ਤੁਮ ਸਤਿਗੁਰ ਕੇ ਪੁੱਤਰ ਅਡੋਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿਰਮਾਣਤਾ ਦੇਖੋ, ਫਿਰ ਬੜੇ ਪਿਆਰ ਨਾਲ ਕਹਿਣਗੇ ਤੁਸੀਂ ਗੁਰੂ ਕੇ ਪੁੱਤਰ ਹੋ, ਤੁਸੀਂ ਵੱਡੇ ਭਾਗੀ ਹੋ। ਮਨ ਤਨ ਕਰ ਮੈਂ ਦਾਸ ਤੁਮਾਰਾ ਅਬ ਪਰਲੋਕ ਹੋਵਤ ਮਮ ਤਿਆਰਾ। ਦੇਖੋ ਮੈਂ ਮਨ ਕਰਕੇ ਤਨ ਕਰਕੇ ਤੁਹਾਡਾ ਦਾਸ ਹੀ ਹਾਂ, ਮੇਰੀ ਤਾਂ ਹੁਣ ਪਰਲੋਕ ਦੀ ਤਿਆਰੀ ਹੈ। ਰਾਮਦਾਸ ਅਬ ਸਤਿਗੁਰ ਭਇਓ ਨਿਜ ਪਦ ਮੈਂ ਤਿਨ ਕੋ ਸ਼ੁਭ ਦਿਓ। ਹੁਣ ਤੇ ਮੈਂ ਗੁਰੂ ਨਹੀਂ ਹੈ। ਦੇਖੋ ਕਿੱਡੀ ਵੱਡੀ ਗੱਲ ਹੈ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਇਹ ਵਡਿਆਈ ਹੈ ਗੁਰੂ ਘਰ ਦੀ। ਦੁਨਿਆਵੀ ਤੌਰ ਤੇ ਅਸੀਂ ਧਰਮ ਦੀ ਦੁਨੀਆ 'ਚ ਵੀ, ਰਾਜਨੀਤੀ ਦੀ ਦੁਨੀਆ 'ਚ, ਸਮਾਜ ਦੀ ਦੁਨੀਆ 'ਚ ਦੇਖਦੇ ਹਾਂ, ਸਾਰੀ ਜ਼ਿੰਦਗੀ ਖਹਿੜਾ ਹੀ ਨਹੀਂ ਛੱਡਣਾ ਚਾਹੁੰਦੇ। ਕਈ ਵਾਰੀ ਤੇ ਮਾਰ ਕੇ ਹੀ ਲੋਕੀ ਗੱਦੀਆਂ ਤੋਂ ਲਾਉਂਦੇ ਨੇ, ਆਮ ਘਟਨਾਵਾਂ ਸੁਣਦੇ ਧਰਮ ਦੀ ਦੁਨੀਆ 'ਚ ਵੀ ਫਲਾਣੇ ਚੇਲੇ ਨੇ ਫਲਾਣਾ ਮਾਰਤਾ, ਮਰਨ ਤੋਂ ਬਾਅਦ ਵੀ ਉਹਨਾਂ ਦੀਆਂ ਵਸੀਅਤਾਂ ਜਿਹੜੀਆਂ ਨੇ ਲੱਭਦੀਆਂ ਹੀ ਨਹੀਂ ਆ। ਇੱਕ ਨੇ ਗੁਰੂ ਨਾਨਕ ਦੀ ਵਡਿਆਈ ਹੈ, ਥਾਪਿਆ ਲੈਣਾ ਜੀਵਨ ਜਿਉਂਦੇ ਜੀ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਦੇ ਸਿਰ ਤੇ ਛਤਰ ਚੜਾ ਦਿੱਤਾ ਤੇ ਆਪ ਭਾਈ ਲਹਿਣਾ ਜੀ ਦੇ ਚਰਨਾਂ ਤੇ ਝੁਕ ਕੇ ਲੈਣਿਆ, ਤੂੰ ਮੇਰਾ ਗੁਰੂ ਤੇ ਮੈਂ ਤੇਰਾ ਸੇਵਕ। ਇੱਕ ਬੜੀ ਵਿਲੱਖਣ ਗੱਲ ਹੈ ਗੁਰੂ ਘਰ ਦੀ, ਇਹ ਮਹਾਨ ਗੱਲ ਹੈ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ, ਮੇਰੀ ਤਾਂ ਪਰਲੋਕ ਦੀ ਤਿਆਰੀ ਹੈ ਭਾਈ ਇਸ ਵੇਲੇ। ਕਿਰਪਾ ਦ੍ਰਿਸ਼ਟ ਤੇ ਦੇਖਨ ਕਰੀਏ ਤੁਮ ਹੋ ਬੜੇ ਬਿਗਨ ਗਨ ਹਰੀਏ। ਦੇਖੋ ਤੁਸੀਂ ਵੱਡੇ ਹੋ, ਗੁਰੂ ਕੇ ਪੁੱਤਰ ਹੋ। ਰਾਮਦਾਸ ਜੀ ਗੁਰਗੱਦੀ ਤੇ ਬੈਠੇ ਨੇ, ਦੁੱਖ ਦਲਿੱਦਰ ਦੂਰ ਕਰਨ ਦੇ ਉਹੀ ਸਮਰੱਥ ਨੇ। ਤੁਸੀਂ ਉਹਨਾਂ ਦੇ ਨਾਲ ਪਿਆਰ ਰੱਖੋ ਹੁਣ, ਕਿਉਂਕਿ ਵਡਿਆਈ ਵੀ ਦਿੱਤੀ, ਤੁਸੀਂ ਵੱਡੇ ਹੋ, ਉਹਨਾਂ ਦਾ ਧਿਆਨ ਰੱਖਿਓ, ਤੁਸੀਂ ਕਿਰਪਾ ਹੀ ਰੱਖਿਓ ਉਹਨਾਂ ਵੱਲ ਤੁਸੀਂ। ਇਨਕੋ ਸੁਤ ਗੁਰਤਾ ਜਬ ਪਾਵੇ ਸਮੋ ਪਾਏ ਤੁਮ ਡਿਗ ਆਵੇ। ਹਾਂ, ਬਚਨ ਭਵਿੱਖਤ ਲਿਖੇ ਨੇ ਭਾਈ ਸਾਹਿਬ ਜੀ ਨੇ ਕਿ ਇਹਨਾਂ ਦੇ ਪੁੱਤਰ ਹੋਣਗੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਉਹ ਤੁਹਾਡੇ ਕੋਲ ਆਉਣਗੇ ਸਮਾਂ ਪਾ ਕੇ। ਸੋ ਜਬ ਕਰੇ ਪਸ਼ ਪਰਸ਼ਨ ਹਾਥ ਕਰੇ ਹਰੇ ਸਰਬ ਸੰਕਟ ਦੇ ਸਾਥ। ਉਹ ਮਿਲਣਗੇ, ਉਹ ਤੁਹਾਡੇ ਦੁੱਖ ਦਲਿੱਦਰ ਦੂਰ ਕਰ ਦੇਣਗੇ। ਦਾਸੂ ਆਏ ਮਿਲਿਓ ਸੁਖ ਪਾਏ ਅਪਰ ਲੋਕ ਦਰਸੇ ਸਮੁਦਾਏ। ਬਾਬਾ ਦਾਸੂ ਜੀ ਆਏ, ਉਹਨਾਂ ਨੇ ਵੀ ਗੁਰੂ ਕੇ ਦੀਦਾਰ ਕੀਤੇ ਹਨ। ਕਰ ਜੋ ਰਹਿ ਸਭ ਸੀਸ ਨਿਵਾਵੇ ਧੰਨ ਧੰਨ ਗੁਰ ਸ਼ਬਦ ਸੁਨਾਵੇ। ਸਾਰੀਆਂ ਸੰਗਤਾਂ ਵੀ ਆ ਰਹੀਆਂ ਨੇ, ਗੁਰੂ ਚਰਨਾਂ ਤੇ ਹੱਥ ਜੋੜ ਕੇ ਸਿਰ ਝੁਕਾਉਂਦੇ ਨੇ। ਗੁਰੂ ਕੀਆਂ ਸੰਗਤਾਂ ਗੁਰੂ ਬਾਣੀ ਦਾ ਕੀਰਤਨ ਕਰਦੀਆਂ, ਸ਼ਬਦ ਪੜ੍ਹਦੀਆਂ ਆ ਰਹੀਆਂ ਨੇ, ਸਤਿਗੁਰੂ ਜੀ ਦੀ ਜੈ ਜੈਕਾਰ ਕਰਦੀਆਂ ਆ ਰਹੀਆਂ ਹਨ। ਸਭ ਸੰਗਤ ਸੋ ਪੁਨః ਉਚਾਰਾ ਰਾਮਦਾਸ ਮੈਂ ਰੂਪ ਸੁਧਾਰਾ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਬੇਅੰਤ ਸੰਗਤਾਂ ਇਕੱਤਰ ਹੋ ਗਈਆਂ ਨੇ ਗੋਇੰਦਵਾਲ ਸਾਹਿਬ ਜੀ ਦੇ ਵਿੱਚ, ਤੇ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਇਹ ਗੱਲ ਸੁਣਾ ਦਿੱਤੀ ਇਸ ਤਰੀਕੇ ਦੇ ਨਾਲ ਕਿ ਰਾਮਦਾਸ ਮੈਂ ਰੂਪ ਸੁਧਾਰਾ। ਇਹ ਦੇਖੋ, ਇਹ ਰਾਮਦਾਸ ਜੀ ਮੇਰਾ ਰੂਪ ਨੇ, ਇਹ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਹਨ। ਮਮ ਸਮੇਸ ਕੋ ਪੂਜਨ ਕਰਨਾ ਹੋ ਬੇਦੇਨ ਸੋ ਇੱਕ ਬਰਨਾ। ਮੈਂ ਇਹਨਾਂ 'ਚ ਅਭੇਦ ਹੋ ਗਿਆ ਹਾਂ,
ਇਹਨਾਂ ਦੀ ਪੂਜਾ ਤੁਸੀਂ ਗੁਰੂ ਜਾਣ ਕੇ ਕਰਨੀ। ਜਿਵੇਂ ਮੈਨੂੰ ਤੁਸੀਂ ਸਤਿਕਾਰ ਦਿੰਦੇ ਰਹੇ ਹੋ, ਗੁਰੂ ਸਮਝਦੇ ਰਹੇ ਹੋ, ਐਵੇਂ ਇਹਨਾਂ ਨੂੰ ਵਡਿਆਈ ਦੇਣੀ। ਆਪਣੀ ਅਵਦ ਦੀਨ ਬੈਠਾਏ, ਸ਼ਰਧਾ ਦਰੇ ਸੁ ਸਭ ਫਲ ਪਾਏ। ਇਸ ਕਰਕੇ ਇਹਨਾਂ ਨੂੰ ਆਪਣੇ ਹੁੰਦਿਆਂ ਹੀ ਬਿਠਾ ਦਿੱਤਾ ਹੈ। ਤੁਸੀਂ ਇਹਨਾਂ ਦੇ ਪ੍ਰਤੀ ਪਿਆਰ ਤੇ ਸ਼ਰਧਾ ਰੱਖੋ। ਮੈਂ ਹੋਵੋ ਅਬ ਅੰਤਰ ਧਿਆਨ, ਸੁਨ ਸੰਗਤ ਗੁਰ ਕੇ ਬਚ ਕਾਨ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਮੈਂ ਹੁਣ ਅੰਤਰ ਧਿਆਨ ਹੋਣ ਦਾ ਅਰਥ ਹੈ ਕਿ ਮੈਂ ਹੁਣ ਆਪਣੇ ਸਰੀਰ ਨੂੰ ਤਿਆਗ ਰਿਹਾ ਹਾਂ। ਤੇ ਇਹ ਬਚਨ ਜਦੋਂ ਗੁਰੂ ਕੀ ਸੰਗਤ ਨੇ ਸੁਣੇ ਨੇ ਆਪਣੇ ਕੰਨਾਂ ਨਾਲ, ਜੈ ਜੈਕਾਰ ਉਚਾਰਨ ਕੀਨਾ, ਬੰਧੈ ਕਰ ਜੋਰੇ ਮਨ ਦੀਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕੀਤੀ ਸੰਗਤਾਂ ਨੇ, ਗੁਰੂ ਚਰਨਾਂ ਤੇ ਬੰਦਨਾ ਕੀਤੀ ਹੈ। ਭਾਦੋਂ ਕੀ ਸ਼ਬ ਪੂਰਨ ਮਾਛੀ, ਜੈ ਚਹਿਤ ਸਮਾਵਨ ਗੁਰ ਅਬਿਨਾਸ਼ੀ। ਭਾਦੋਂ ਦੀ ਪੂਰਨਮਾਸ਼ੀ ਦਾ ਦਿਹਾੜਾ ਕਵੀ ਜੀ ਦੱਸ ਰਹੇ ਨੇ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮ ਅਮਰਦਾਸ ਜੀ ਮਹਾਰਾਜ ਨੇ ਜੋਤੀ ਜੋਤ ਸਮਾਵਣ ਦੀ ਤਿਆਰੀ ਕੀਤੀ ਹੈ। ਸੰਗਤ ਸਹਿਤ ਸੁਨੰਦਨ ਹੇਰਾ, ਅਸ ਆਇਸ ਦੀਨਸ ਤਿਸ ਬੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਬੁਲਾ ਕੇ, ਆਪਣੇ ਪੁੱਤਰਾਂ ਨੂੰ ਬੁਲਾ ਕੇ, ਜਦੋਂ ਰਾਮਕਲੀ ਰਾਗ ਦੀ ਸਦ ਬਾਣੀ ਪੜ੍ਹਦੇ ਆ ਨਾ, ਜੋ ਬਚਨ ਸਤਿਗੁਰੂ ਜੀ ਨੇ ਕਹੇ ਸਨ ਉੱਥੇ ਅੰਕਿਤ ਨੇ। ਉਹ ਇਤਿਹਾਸਕ ਬਚਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਜਿੱਥੇ ਸਤਿਗੁਰੂ ਜੀ ਨੇ ਕਿਹਾ ਸੀ ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਸਾਰੇ ਪਰਿਵਾਰ ਨੂੰ ਬੁਲਾ ਲਿਆ, ਸਿੱਖਾਂ ਨੂੰ ਬੁਲਾ ਲਿਆ, ਸਾਰਿਆਂ ਨੂੰ ਰਾਮਦਾਸੇ ਪੈਰੀ ਪਾਏ ਜੀਓ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਕਥਾ ਪੜ੍ਹੈ ਪੁਰਾਣ ਜੀਓ। ਆ ਜਿਹੜੀ ਦੁਨਿਆਵੀ ਜਿੰਨੀ ਹੋਰ ਕਰਮ ਕਾਂਡ ਹੁੰਦੇ ਨੇ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਉਹਨਾਂ ਤੋਂ ਨਿਵਰਤ ਕਰਤਾ। ਕੋਈ ਪਿੰਡ ਪੱਤਲ ਕਿਰਿਆ ਕਰਨ ਦੀ ਲੋੜ ਨਹੀਂ ਹੈ। ਸਤ ਸੰਗਤ ਵਿੱਚ ਬੈਠੋ, ਗੁਰਬਾਣੀ ਦਾ ਕੀਰਤਨ ਕਰੋ, ਗੁਰਬਾਣੀ ਦੀ ਕੇਸੋ ਗੋਪਾਲ ਪੰਡਤ ਸਦਿਓ। ਇੱਥੇ ਕੋਈ ਪੰਡਤ ਦਾ ਨਾਮ ਨਹੀਂ ਹੈ, ਇੱਥੇ ਪੰਡਤ ਬਹੁ ਵਚਨ ਹੈ। ਕੇਸੋ ਕਿਹਾ ਜਾਂਦਾ ਹੈ ਪ੍ਰਮਾਤਮਾ ਨੂੰ, ਉਹ ਪ੍ਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਦੇ ਪਿਆਰ ਵਾਲੇ ਗੁਰਸਿੱਖਾਂ ਨੂੰ ਬੁਲਾਓ, ਹਰ ਹਰ ਕਥਾ ਪੜ੍ਹੈ, ਹਰੀ ਦੀ ਕਥਾ ਪੜ੍ਹਨ, ਇਹੀ ਸਾਡੇ ਲਈ ਪੁਰਾਣ ਹੈ। ਰੱਬ ਦੀ ਗੱਲ ਕਰਨ, ਇਹੀ ਸਾਡੇ ਲਈ ਪੁਰਾਣ ਹੈ। ਇਸ ਕਰਕੇ ਹੋਰ ਪੁਰਾਣਾਂ ਦੀਆਂ ਗਥਾਵਾਂ ਮਗਰ ਸਾਨੂੰ ਜਾਣ ਦੀ ਸਤਿਗੁਰੂ ਜੀ ਨੇ ਕੋਈ ਗੱਲ ਨਹੀਂ ਕਹੀ। ਸਾਨੂੰ ਦਰੋਲ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੋੜਿਆ। ਹੁਣ ਸਤਿਗੁਰੂ ਜੀ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ, ਤਿਆਰੀ ਕਰੋ ਬਿਮਾਨ ਬਣਾਵੋ, ਸਭ ਕਾਰਜ ਕੈ ਸ਼ੀਘਰ ਕਰਾਵੋ। ਸਤਿਗੁਰੂ ਜੀ ਨੇ ਕਹਿ ਦਿੱਤਾ ਭਈ ਤਿਆਰੀ ਕਰੋ ਜੋ ਵੀ ਹੁੰਦੀ ਹੈ ਚਲਾਣੇ ਦੀ, ਔਰ ਜਲਦੀ ਤੋਂ ਜਲਦੀ ਕਰ ਦਿਓ। ਸੁਨਤ ਮੋਹਰੀ ਕੈ ਬਚ ਐਸੇ, ਕਿਰਿਆ ਕਰਮ ਕੀ ਆਇਸ ਕੈਸੇ। ਇਹ ਸੁਣ ਕੇ ਬਾਬਾ ਮੋਹਰੀ ਜੀ ਨੇ ਕਿਹਾ ਕਿ ਮਹਾਰਾਜ ਕੀ ਹੁਕਮ ਹੈ, ਕਿਸ ਤਰ੍ਹਾਂ ਦਾ ਅਸੀਂ ਸਾਰਾ ਕਾਰਜ ਕਰਨਾ ਹੈ। ਨਿਜ ਕੁਲ ਕੀ ਮਿਰ ਕੈ ਮਿਰਜਾਦ ਹੈ, ਐ ਕਰੇ ਜਗ ਨਹੀਂ ਆਪ ਜਿਮ ਕਹਿ। ਜੋ ਆਪਣੀ ਕੁਲ ਦੀ ਮਰਜ਼ਾਦ ਹੈ ਉਹ ਕਰਨੀ ਹੈ ਕਿ ਨਹੀਂ ਕਰਨੀ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਸੀ ਨੇ, ਉਹਨਾਂ ਦਾ ਪਿਛੋਕੜ ਜਿਹੜਾ ਹੈ ਉਹ ਐਵੇਂ ਕਹਿ ਲਓ, ਉਹ ਤੀਰਥਾਂ ਤੇ ਵਿਸ਼ਵਾਸ ਰੱਖਣ ਵਾਲੇ ਜਾਂ ਦੇਵੀ ਦੇਵਤਿਆਂ ਦੇ ਹੋਰ ਉਪਾਸ਼ਕ ਸਨ ਪੁਰਾਣਾਂ ਦੇ ਮਤ ਅਨੁਸਾਰ, ਜਦੋਂ ਉਹ ਬਚਪਨ ਵਿੱਚ ਸਨ। ਲੇਕਿਨ ਉਦੋਂ ਬਾਅਦ ਗੁਰਮਤਿ ਦੇ ਦਾਇਰੇ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਾਰੇ ਇੱਧਰ ਉੱਧਰ ਦੇ ਕਰਮ ਕਾਂਡਾਂ ਤੋਂ ਮੁਕਤ ਕਰਕੇ ਨਿਰੋਲ ਇੱਕ ਗੁਰਮਤਿ ਦਾ ਮਾਰਗ ਦਿੱਤਾ ਹੈ। 3 ਸਮੇਂ ਮਨੁੱਖ ਦੀ ਜ਼ਿੰਦਗੀ 'ਚ ਬੜੇ ਅਹਿਮ ਨੇ। ਪਹਿਲਾ ਸਮਾਂ ਹੁੰਦਾ ਜਦੋਂ ਘਰ 'ਚ ਬੱਚੇ ਦਾ ਜਨਮ ਹੁੰਦਾ ਹੈ। ਸਾਡੇ ਸਮਾਜ ਵਿੱਚ, ਇੱਥੋਂ ਦੇ ਮੁਲਕ ਦੇ ਸਮਾਜ ਵਿੱਚ ਇੱਕ ਭਰਮ ਸੀ, ਘਰ 'ਚ ਬੱਚੇ ਦਾ ਜਨਮ ਹੈ ਜੀ ਸੂਤਕ ਹੈ। ਸੂਤਕ ਦਾ ਅਰਥ ਹੁੰਦਾ ਕਿ ਅਪਵਿੱਤਰ ਰਹਿ ਜਾਏਗਾ, ਕੋਈ ਪੁਰਾਣੀ ਚੜ੍ਹਾਈ ਕਰ ਗਿਆ ਤਾਂ ਸੂਤਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੂਤਕ ਪਾਤਕ ਤੋਂ ਸਾਨੂੰ ਮੁਕਤ ਕਰ ਦਿੱਤਾ। ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੋਹੇ ਅੰਤੇ ਲੱਕੜੀ ਅੰਦਰ ਕੀੜਾ ਹੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸਤਿਗੁਰੂ ਜੀ ਕਹਿੰਦੇ ਦੇਖੋ ਹੋਰ ਸੂਤਕ ਨਹੀਂ ਹੈ। ਉਹ ਸੂਤਕ ਤੋਂ ਜਦੋਂ ਅੱਖਾਂ ਪਰਾਏ ਰੂਪ ਨੂੰ ਦੇਖਦੀਆਂ ਉਹ ਸੂਤਕ ਨਹੀਂ ਹੈ, ਕੰਨ ਨਿੰਦਾ ਸੁਣਦੇ ਕੀ ਇਹ ਸੂਤਕ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇਸ ਭਰਮ ਤੋਂ ਮੁਕਤ ਕਰਕੇ ਨਿਰੋਲ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੀ ਗੱਲ ਕਹੀ। ਦੂਜਾ ਇਹ ਮੌਕਾ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਵਿਆਹ ਦਾ ਮੌਕਾ, ਆਨੰਦ ਕਾਰਜ ਦਾ ਨਾਮ ਸਾਡੇ ਬਜ਼ੁਰਗਾਂ ਨੇ ਦਿੱਤਾ ਹੈ। ਉਦੋਂ ਵੀ ਬੜੀ ਲੁੱਟ ਖਸੁੱਟ ਦੀ ਆਪਾਂ ਦੇਖਦੇ ਚੱਲਦੀ। ਸਾਡੇ ਲੋਕੀ ਤੇ ਜਾਣਬੁੱਝ ਕੇ ਹੀ ਆਪਣੀ ਖੱਲ ਲਵਾਉਣ ਲਈ ਤੁਰੇ ਫਿਰਦੇ ਨੇ ਪੱਤਰੀਆਂ ਵਾਲਿਆਂ ਦੇ ਕੋਲ। ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿੰਨਾ ਸੁਤੰਤਰ ਇੱਕ ਆਜ਼ਾਦ ਮਾਰਗ ਦਿੱਤਾ ਸੀ, ਨਿਰੋਲ ਗੁਰੂ ਦਾ ਆਸਰਾ ਲੈਣਾ। ਲੇਕਿਨ ਅਸੀਂ ਫਿਰ ਟਿਵੇ ਲਗਾਉਂਦੇ ਫਿਰਦੇ ਹਾਂ, ਪੱਤਰੀਆਂ ਕਢਾਉਂਦੇ ਫਿਰਦੇ, ਸਾਹੇ ਕਢਾਉਂਦੇ ਫਿਰਦੇ ਹਾਂ। ਇਹ ਸਾਡੀ ਮੰਦ ਭਾਗਤਾ ਹੈ। ਸਤਿਗੁਰੂ ਜੀ ਨੇ ਉਹ ਵੀ ਮੁਕਤ ਕਰਕੇ
ਨਰੋਲ ਸਾਨੂੰ ਲਾਵਾਂ ਦੀ ਦਾਤ ਦਿੱਤੀ ਗੁਰੂ ਰਾਮਦਾਸ ਜੀ ਮਹਾਰਾਜ ਨੇ। ਗੁਰਮਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਦੀ ਵਿਰੋਧਤਾ ਕਰਤੀ। ਬਟਾਲੇ ਨਗਰ ਜੋ ਸਤਿਗੁਰੂ ਜੀ ਵਿਆਹੁਣ ਲਈ ਆਏ, ਸਤਿਗੁਰੂ ਜੀ ਕਹਿੰਦੇ ਮੈਂ ਕੋਈ ਅੱਗ ਦੇ ਦੁਆਲੇ ਲਾਵਾਂ ਲੂਆਂ ਨਹੀਂ ਲੈਣੀਆਂ। ਇਹੀ ਕਾਰਨ ਸੀ ਸਤਿਗੁਰੂ ਜੀ ਦੀ ਵਿਰੋਧਤਾ ਉਹਨਾਂ ਲੋਕਾਂ ਨੇ ਕੀਤੀ। ਉਹਨਾਂ ਦੇ ਤੇ ਸਦੀਆਂ ਤੋਂ ਬਣੇ ਹੋਏ ਜਿਹੜੀਆਂ ਪਰੰਪਰਾਵਾਂ ਉਹਨਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਗੁਰੂ ਸਾਹਿਬ ਜੀ ਨੇ। ਹੁਣ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕਰ ਦਿੱਤੀ। ਪੁਰਾਣੀ ਚੜ੍ਹਾਈ ਕਰਦਾ ਉਦੋਂ ਕੀ ਕਰਨਾ ਚਾਹੀਦਾ? ਉਹ ਜਿਤਨੇ ਰੀਤੀ ਰਿਵਾਜ ਕਰਮ ਕਾਂਡ ਸਨ ਜਿਹਦੇ ਅਧੀਨ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਹੋਇਆ ਸੀ ਤੇ ਹੈ, ਸਤਿਗੁਰੂ ਜੀ ਨੇ ਉਹ ਬੰਧਨ ਤੋੜ ਦਿੱਤੇ। ਕੋਈ ਚਿੰਤਾ ਦੀ ਲੋੜ ਨਹੀਂ ਹੈ। ਪੁਰਾਣੀ ਚੜ੍ਹਾਈ ਕਰਦਾ, ਵਾਹਿਗੁਰੂ ਅੱਗੇ ਅਰਦਾਸ ਕਰੋ, ਕੀਰਤਨ ਕਰੋ, ਗੁਰਬਾਣੀ ਦਾ ਪਾਠ ਕਰੋ, ਸੰਸਕਾਰ ਕਰਕੇ ਨੇੜੇ ਤੇੜੇ ਪਾਣੀ ਵਗਦਾ ਤੇ ਉਹਦਾ ਜਲ ਪ੍ਰਵਾਹ ਕਰ ਦਿਓ। ਕਿਤੇ ਜਾਣ ਦੀ ਲੋੜ ਨਹੀਂ ਦੂਰ ਦਰਾਡੇ। ਹੁਣ ਤੇ ਬੜੀਆਂ ਇਨਕਲਾਬੀ ਖਬਰਾਂ ਆਈਆਂ। ਇੱਕ ਦਿਨ ਮੈਨੂੰ ਇੱਕ ਫੋਨ ਆਇਆ ਮੋਗੇ ਵੱਲੋਂ, ਕਹਿੰਦੇ ਭਾਈ ਸਾਹਿਬ ਜੀ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ। ਮੈਂ ਫੇਰ ਕਹਿੰਦੇ ਜੀ ਉਹਨਾਂ ਨੇ ਉਹਦਾ ਸੰਸਕਾਰ ਕੀਤਾ ਤੇ ਉਹ ਜਿਹੜੀ ਰਾਖ ਸੀ ਨਾ ਉਹ ਦੱਬ ਕੇ ਉਹਦੇ ਉੱਪਰ ਅੰਬ ਦਾ ਬੂਟਾ ਲਾਤਾ। ਮੈਂ ਤੇ ਕੰਮ ਹੀ ਬੜਾ ਵਧੀਆ ਹੋ ਗਿਆ। ਉਹ ਤੇ ਜਿਉਂਦਾ ਕਰ ਲਿਆ ਉਹਨੇ ਸਦਾ ਲਈ ਬਜ਼ੁਰਗ ਆਪਣਾ। ਐਵੇਂ ਦਰਿਆ 'ਚ ਰੋਣ ਲਈ ਜਾ ਭੱਜਾ ਜਾਂਦਾ ਸਾਰਾ ਪਰਿਵਾਰ। ਪਹਿਲਾਂ ਬਿਪਤਾ ਹੁੰਦੀ, ਫਿਰ ਕਹਿੰਦੇ ਜੀ ਕੀਰਤਪੁਰ ਸਾਹਿਬ ਜਾਣਾ, ਦਰਸ਼ਨ ਦੀਦਾਰ ਕਰਨ ਲਈ ਜਾਓ ਗੁਰੂ ਸਥਾਨਾਂ ਦੀ, ਚੰਗੀ ਗੱਲ ਹੈ। ਪਰ ਇਸ ਖਿਆਲ ਦੇ ਨਾਲ ਕਿ ਜੀ ਉੱਥੇ ਨਾ ਗਏ ਤੇ ਖਰੇ ਸਾਡਾ ਬਾਪੂ ਮੁਕਤ ਹੀ ਨਹੀਂ ਹੋਣਾ, ਕਿੱਡਾ ਵੱਡਾ ਅੰਧ ਵਿਸ਼ਵਾਸ ਹੈ। ਫਿਰ ਜੇ ਹਰਿਦੁਆਰ ਜਾਂਦੇ ਉਹਨਾਂ ਨੂੰ ਸਾਨੂੰ ਮਾੜਾ ਕਹਿਣ ਦੀ ਕੀ ਲੋੜ ਹੈ? ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਨਾ ਮਨਮਤਾਂ ਤੋਂ ਬਚਾਇਆ ਹੈ। ਗੁਰਮਤ ਦਾ ਮਾਰਗ ਗਾਢੀ ਰਾਹ ਹੈ। ਗੁਰਮਤ ਦਾ ਮਾਰਗ ਨਰੋਲ ਇੱਕ ਵਿਲੱਖਣ ਤੇ ਨਿਵੇਕਲਾ ਮਾਰਗ ਹੈ। ਆਪਾਂ ਉਸ ਗੁਰਮਤ ਦੇ ਮਾਰਗ ਦੇ ਪਾਂਧੀ ਬਣੀਏ। ਗੁਰੂ ਅਮਰਦਾਸ ਜੀ ਨੇ ਬੜਾ ਸੋਹਣਾ ਸੰਦੇਸ਼ ਹੈ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਤੇ ਅਸੀਂ ਸੱਧ ਬਾਣੀ ਪੜ੍ਹਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਸੱਧ ਬਾਣੀ ਪੜ੍ਹਦੇ ਵੀ ਹਾਂ ਤੇ ਸਭ ਕੁਝ ਕਰਦੇ ਸੱਧ ਤੋਂ ਉਲਟ ਵੀ ਹਾਂ। ਜੇ ਕਿਤੇ ਗ੍ਰੰਥੀ ਸਿੰਘ ਸੱਧ ਨਾ ਪੜ੍ਹੇ ਤੇ ਬਿਪਤਾ ਪੈ ਜਾਂਦੀ ਕਈਆਂ ਨੂੰ। ਦੇਖੋ ਜੀ ਸੱਧ ਬਾਣੀ ਨਹੀਂ ਪੜ੍ਹੀ ਹੈ ਨਾ, ਬੜਾ ਨਾਰਾਜ਼ ਹੁੰਦੇ ਨੇ। ਹੋਣਾ ਵੀ ਚਾਹੀਦਾ, ਪਰ ਉਸ ਬਾਣੀ ਦੀ ਗੱਲ ਮੰਨਦੇ ਵਿਰਲੇ ਵਿਰਲੇ ਨੇ, ਕੋਈ ਮੰਨਦੇ ਨੇ। ਕੀ ਆਪਾਂ ਉਹ ਕੰਮ ਨਹੀਂ ਕਰਦੇ ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਵਰਜਿਆ? ਜੇ ਅਸੀਂ ਕਰੀ ਜਾਣੇ ਤੇ ਬਾਣੀ ਪੜ੍ਹਨ ਦਾ ਅਰਥ ਹੀ ਕੀ ਰਹਿ ਗਿਆ? ਪੜ੍ਹੋ ਨਾ ਪੜ੍ਹੋ ਕੀ ਫਾਇਦਾ? ਉਹ ਪੜ੍ਹਨ ਦਾ ਅਰਥ ਸੀ ਕਿ ਜੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਗਿਆਨ ਦਿੱਤਾ ਉਹ ਚੇਤੇ ਹੋ ਜਾਏ ਕਿ ਆਪਾਂ ਕਰਨਾ ਕੀ ਆ। ਉਹ ਇੱਕ ਮਰਜ਼ਾਦਾ ਦੱਸੀ ਉਹਦੇ ਵਿੱਚ। ਉਹ ਮਰਜ਼ਾਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਣਗੇ ਕਿ ਕੀ ਕਰਨਾ ਹੈ। ਉਹ ਆਪ ਜੀ ਕੱਲ ਨੂੰ ਵਾਰਤਾ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਜੀ ਸਾਰਿਆਂ ਨੂੰ ਗੁਰਮਤਿ ਦੀ ਦਾਤ ਬਖਸ਼ਿਸ਼ ਕਰਨ, ਨਾਮ ਬਾਣੀ ਦਾ ਪਿਆਰ ਬਖਸ਼ਣ ਜੀ। ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।